Hello guys, my name is Gurleen Kaur. Welcome back to my channel. So, before starting this lecture, I would like to tell you something. अभी तक मैंने जो भी लेक्चर्स वगैरह लिए हैं हिस्ट्री या फिर इकोनॉमी के, उनमें जो मैंने लैंग्वेज यूज़ की थी दैट वाज हिंदी. बट आई फेल्ट कि आई एम नॉट दैट मच कंफर्टेबल वाइल टीचिंग इन हिंदी. सो मैंने डिसाइड किया है कि अब से मेरे जितने भी जो अपकमिंग लेक्चर्स आएंगे दे विल बी इन पंजाबी. एज़ यू नो कि हम अपनी मदर टंग में ही जो है वो कंफर्टेबल होते हैं अगर हम कोई भी चीज़ पढ़ा रहे हैं. आई पर्सनली फेल्ट के जब मैं पढ़ा रही होती थी उस टाइम पे मेरा जो मेन फोकस था कई बार लाइक मोस्ट ऑफ द टाइम कंसेप्ट से ज़्यादा मेरी लैंग्वेज पर होता था कि कहीं मैं हिंदी में कुछ गलत तो नहीं बोल गई. सो आई वॉज़ नॉट दैट मच कम्फर्टेबल दैट टाइम. सो अब से मैं जो लेक्चर्स हैं वो पंजाबी में लूँगी. लेकिन अगर फिर भी अगर स्टूडेंट्स जो मेरे साथ कनेक्टेड हैं अगर वो चाहते हैं कि मैं अपने जो चैप्टर्स हैं वो हिंदी में कंटिन्यू रखूं तो आप उसके लिए कमेंट सेक्शन में मुझे बता सकते हैं ताकि मैं सेम लेक्चर्स पर हिंदी में भी जो है वीडियो आपको अवेलेबल करवा दूं. लेकिन अगर मुझे अच्छा रिस्पांस आया वो मैं तभी करवा सकती हूँ. अगर सिर्फ एक दो ही स्टूडेंट देखे फिर उसका कोई भी लाइक फ़ायदा नहीं होगा. बट चलो फिर भी अगर बहुत ही ज़्यादा अगर किसी को ज़रूरत है तो मैं वो भी कर दूँगी. आई डोंट माइंड. बट फ्रॉम नाउ ऑन आई विल बी टीचिंग इन पंजाबी. सो लेट्स गेट स्टार्टेड. सो जो ਸਾਡਾ ਲਾਸਟ ਲੈਕਚਰ ਸੀਗਾ ਉਹਦੇ ਵਿੱਚ ਅਸੀਂ ਡਿਸਕਸ ਕਰਿਆ ਸੀਗਾ ਮਨੀ ਐਂਡ ਬੈਂਕਿੰਗ ਬਾਰੇ. ਅਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਫਿਆਟ ਮਨੀ ਬਾਰੇ, ਦੈਨ ਲੀਗਲ ਟੈਂਡਰ ਬਾਰੇ, ਦੈਨ ਵੀ ਟੋਕਡ ਅਬਾਊਟ ਬਿਟਕੋਇਨਸ. ਬਿਟਕੋਇਨਸ के बारे में ज़्यादा जानकारी मतलब ਅਸੀਂ ज़्यादा नहीं पढ़िया ਸੀਗਾ. ਜਸਟ ਮੈਂ ਤੁਹਾਨੂੰ ਥੋੜ੍ਹਾ ਬੇਸਿਕ ਆਈਡੀਆ ਦਿੱਤਾ ਸੀਗਾ. ਇਹਦੇ ਬਾਰੇ ਅਸੀਂ ਅੱਗੇ ਪੜ੍ਹਾਂਗੇ. ਦੈਨ ਉਸ ਤੋਂ ਬਾਅਦ ਅਸੀਂ ਦੇਖਿਆ ਸੀਗਾ ਕਿ ਕਿੰਨੇ ਟਾਈਪਸ ਦੇ ਲੀਗਲ ਟੈਂਡਰ ਹੁੰਦੇ ਹੈ ਜਿਹਦੇ ਵਿੱਚ ਅਸੀਂ ਵੇਖਿਆ ਸੀ that there are two types of legal tender. One is limited legal tender and another one is unlimited legal tender, right? उसके बाद ਇਹਨਾਂ ਦੇ ਬਾਰੇ ਅਸੀਂ ਥਰਲੀ ਡਿਸਕਸ ਕੀਤਾ ਸੀਗਾ. ਦੈਨ ਅਸੀਂ ਕੋਇਨ ਦੇ ਬਾਰੇ ਵੀ ਵੇਖਿਆ ਸੀਗਾ. ਦੈਨ ਕੋਇਨੇਜ ਐਕਟ 2011 ਬਾਰੇ ਵੀ ਅਸੀਂ ਸਟੱਡੀ ਕੀਤੀ ਸੀ. ਸੋ ਫਰੋਮ ਟੂਡੇ ਵੀ ਗੋਣਾ ਟਾਕ ਅਬਾਊਟ ਬਲੌਕ ਚੇਨ. ਤਾਂ ਅਸੀਂ ਹੁਣ ਬਲੌਕ ਚੇਨ ਦੇ ਬਾਰੇ ਗੱਲ ਕਰਾਂਗੇ. ਸੋ ਬਲੌਕ ਚੇਨ ਦੇਖੋ ਬਿਫੋਰ ਰੀਡਿੰਗ ਦਿਸ ਸਲਾਈਡ ਮੈਂ ਇੱਕ ਤੁਹਾਨੂੰ ਬੇਸਿਕ ਆਈਡੀਆ ਦੇ ਦਿੰਦੀ ਹਾਂ ਹੈ ਨਾ ਕਿ ਬਲੌਕ ਚੇਨ ਹੁੰਦਾ ਕੀ ਹੈ. ਦੇਖੋ ਇੱਕ ਤਰ੍ਹਾਂ ਦੀ ਟੈਕਨੋਲੋਜੀ ਹੈ, ਰਾਈਟ? ਤੁਸੀਂ ਵੇਖਿਆ ਹੋਊਗਾ ਕਿ ਬਹੁਤ ਸਾਰੇ ਕਰਪਸ਼ਨ ਕੇਸਿਸ ਹੁੰਦੇ ਨੇ ਜਦੋਂ ਬਲੈਕ ਮਨੀ ਦੀ ਟ੍ਰਾਂਜੈਕਸ਼ਨਸ ਵਗੈਰਾ ਹੁੰਦੀਆਂ ਨੇ. ਤੋ ਹੁਣ ਜਦੋਂ ਵੀ ਦੇਖੋ ਕੋਈ ਟ੍ਰਾਂਜੈਕਸ਼ਨ ਹੁੰਦੀ ਹੈ, ਠੀਕ ਹੈ, ਉਹ ਕਿਸੇ ਨਾ ਕਿਸੇ ਡਾਟਾਬੇਸ 'ਚ ਸਟੋਰ ਤਾਂ ਜ਼ਰੂਰ ਹੋਊਗੀ. ਬਟ ਉਹ ਜੋ ਡਾਟਾਬੇਸ ਹੁੰਦਾ ਹੈ ਉਸਨੂੰ ਅਸੀਂ ਟਰਸਟਵਰਦੀ ਨਹੀਂ ਸਮਝਦੇ ਬਿਕੋਜ਼ ਪਹਿਲੀ ਗੱਲ ਤਾਂ ਸਾਡੇ ਕੋਲ ਉਸ ਡਾਟਾਬੇਸ ਦਾ ਕੋਈ ਐਕਸੈਸ ਨਹੀਂ ਹੁੰਦਾ, ਰਾਈਟ? ਅਤੇ ਉਸ ਤੋਂ ਬਾਅਦ ਜੋ ਐਡਮਿਨ ਹੁੰਦਾ ਉਸ ਡਾਟਾਬੇਸ ਦਾ ਉਹ ਕਦੇ ਵੀ ਜਾ ਕੇ ਐਨੀ ਟਾਈਮ ਉਸ ਡਾਟਾ ਨੂੰ ਕਿਆ ਕਰ ਸਕਦਾ ਹੈ, ਚੇਂਜ ਕਰ ਸਕਦਾ ਹੈ, ਠੀਕ ਹੈ. ਲੇਕਿਨ ਮੰਨ ਲਓ ਕਿ ਉਸੇ ਦੀ ਜਗ੍ਹਾ ਅਗਰ ਕੋਈ ਇੱਕ ਐਸਾ ਡੀਸੈਂਟਰਲਾਈਜ਼ਡ ਸਿਸਟਮ ਹੋਵੇ ਲਾਈਕ ਜਿਸ ਦਾ ਐਕਸੈਸ ਸਿਰਫ ਇੱਕ ਬੰਦੇ ਕੋਲ ਨਾ ਹੋ ਕੇ ਬਹੁਤ ਸਾਰੇ ਬੰਦਿਆਂ ਕੋਲ ਹੋਵੇ ਤਾਂ ਇਹੋ ਜਿਹੇ ਸਿਸਟਮ ਨੂੰ ਚੇਂਜ ਕਰਨਾ ਜੋ ਹੈ ਵਿਲ ਬੀ ਨੈਕਸਟ ਟੂ ਇੰਪੋਸੀਬਲ. ਬਿਕੋਜ਼ ਅਗਰ ਤੁਸੀਂ ਚੇਂਜ ਕਰੋਗੇ ਵੀ ਤਾਂ ਉਸ ਬਾਰੇ ਸਭ ਨੂੰ ਹੀ ਪਤਾ ਲੱਗ ਜਾਊਗਾ ਕਿਉਂਕਿ ਬਹੁਤ ਸਾਰੇ ਬੰਦਿਆਂ ਕੋਲ ਉਸ ਚੀਜ਼ ਦਾ ਐਕਸੈਸ ਹੋਊਗਾ. ਔਰ ਇਹੋ ਜਿਹਾ ਜਿਹੜਾ ਸਿਸਟਮ ਹੁੰਦਾ ਹੈ ਉਸਨੂੰ ਅਸੀਂ ਟਰਸਟਵਰਦੀ ਵੀ ਕੰਸੀਡਰ ਕਰ ਸਕਦੇ ਹਾਂ, ਠੀਕ ਹੈ. ਤੋ ਬਲੌਕ ਚੇਨ ਜੋ ਹੈ ਇਹ ਵੀ ਇਹੋ ਜਿਹਾ ਹੀ ਸਿਸਟਮ ਹੈ. ਇਹ ਸਿਸਟਮ ਜੋ ਸੀ ਯੂਜ਼ ਕਰਕੇ ਇੱਕ ਬੰਦਾ ਸੀਗਾ ਉਸਦਾ ਨਾਮ ਸੀ ਸਤੋਸ਼ੀ ਨਾਕਾਮੋਟੋ. ਵੈਸੇ ਉਸਦਾ ਆਈ ਥਿੰਕ ਉਹਦਾ ਲਾਈਕ ਉਹਨੇ ਬੰਦੇ ਨੇ ਆਪਣੀ ਆਈਡੈਂਟੀਟੀ ਵਗੈਰਾ ਦੱਸੀ ਨਹੀਂ ਸੀਗੀ. ਉਹਨੇ ਉਸਨੂੰ ਐਨੋਨਮਸ ਹੀ ਰੱਖਿਆ ਸੀਗਾ. ਬਟ ਆਈ ਥਿੰਕ ਇਹ ਨਾਮ ਉਹਨੂੰ ਦਿੱਤਾ ਗਿਆ ਸੀ, ਠੀਕ ਹੈ, ਕਿਉਂਕਿ ਓਬਵੀਅਸ ਉਸਨੂੰ ਕਿਸੇ ਨਾਮ ਕੋਈ ਤਾਂ ਨਾਮ ਤੋਂ ਬੰਦਾ ਇੱਦਾਂ ਹੈ ਨਾ ਕਿ ਅਗਰ ਕੋਈ ਗੱਲ ਕਰੇ ਉਹਦੀ ਤਾਂ ਕੋਈ ਤਾਂ ਉਹਦਾ ਨਾਮ ਹੋਵੇ. ਤਾਂ ਇਹ ਨਾਮ ਜਿਹੜਾ ਸੀਗਾ ਉਹਨੂੰ ਦੇ ਦਿੱਤਾ ਗਿਆ ਸੀ.
ਤਾਂ ਜੋ ਸਤੋਸ਼ੀ ਨਾਕਾਮੋਟੋ ਸੀ ਇਸਨੇ ਡਿਵੈਲਪਡ ਕਰਿਆ ਸੀ ਬਿਟਕੋਇਨ ਬਾਰੇ ਤੁਸੀਂ ਇਵਨ ਜਿਨ੍ਹਾਂ ਨੇ ਕਦੇ ਲਾਈਕ ਇਕੋਨਮੀ ਨਹੀਂ ਵੀ ਪੜ੍ਹੀ ਬਟ ਮੈਂ ਉਮੀਦ ਕਰਦੀ ਹਾਂ ਕਿ ਉਹਨਾਂ ਨੇ ਬਿਟਕੋਇਨ ਬਾਰੇ ਕਦੇ ਨਾ ਕਦੇ ਕਿਤੇ ਨਾ ਕਿਤੇ ਤਾਂ ਜ਼ਰੂਰ ਸੁਣਿਆ ਹੋਊਗਾ। ਇਸ ਦੇ ਬਾਰੇ ਵੀ ਅਸੀਂ ਡਿਸਕਸ ਕਰਾਂਗੇ। ਸੋ ਉਸਨੇ ਬਿਟਕੋਇਨ ਜੋ ਸੀ ਉਹ ਡਿਵੈਲਪ ਕਰਿਆ ਸੀ ਵਿਦ ਦੀ ਹੈਲਪ ਆਫ ਬਲੋਕਚੇਨ ਟੈਕਨੋਲੋਜੀ ਦੀ ਯੂਜ਼ ਕਰਕੇ ਉਸਨੇ ਬਿਟਕੋਇਨ ਜੋ ਸੀ ਉਹ ਡਿਵੈਲਪ ਕਰਿਆ ਸੀ। ਇਟਸ ਲਾਈਕ ਅ ਕ੍ਰਿਪਟੋ ਕਰੰਸੀ, ਇੱਕ ਤਰ੍ਹਾਂ ਦੀ ਕਰੰਸੀ ਹੁੰਦੀ ਹੈ। ਡੋਂਟ ਵਰੀ, ਮੈਂ ਇਹਦੇ ਬਾਰੇ ਗੱਲ ਕਰਾਂਗੀ ਅੱਗੇ, ਠੀਕ ਹੈ। ਸੋ ਜਿੱਦਾਂ ਹੀ ਉਸਨੇ ਬਿਟਕੋਇਨ ਜੋ ਡਿਵੈਲਪ ਕੀਤਾ ਉਹਦੇ ਨਾਲ ਹੀ ਜੋ ਕ੍ਰਿਪਟੋ ਕਰੰਸੀ ਸੀਗੀ ਉਹ ਇੰਟਰੋਡਿਊਸ ਹੋ ਗਈ, ਠੀਕ ਹੈ। ਦੈਨ ਹੁਣ ਦੇਖੋ ਤੁਸੀਂ ਵੇਖਿਆ ਹੋਊਗਾ ਕਿ ਨੋਰਮਲੀ ਜਿਵੇਂ ਕੋਈ ਸ਼ੌਪ ਹੁੰਦੀ ਹੈ, ਠੀਕ ਹੈ, ਸ਼ੌਪ ਦੇ ਉੱਪਰ ਦੇ ਵਿੱਚ ਕੋਈ ਬੰਦਾ ਜੋ ਸ਼ੌਪ ਨੂੰ ਚਲਾ ਰਿਹਾ ਜਾਂ ਫੈਕਟਰੀ ਵਗੈਰਾ ਨੂੰ ਚਲਾ ਰਿਹਾ ਤਾਂ ਉਹਦੇ ਕੋਲ ਉਸਦੇ ਵਿੱਚ ਜੋ ਵੀ ਫੈਕਟਰੀ ਦੇ ਰਿਗਾਰਡਿੰਗ ਹੈ, ਸ਼ੌਪ ਦੇ ਰਿਗਾਰਡਿੰਗ ਜੋ ਵੀ ਟ੍ਰਾਂਜੈਕਸ਼ਨਸ ਹੋ ਰਹੀਆਂ ਕਿ ਕਿਤੇ ਮਾਲ ਆ ਰਿਹਾ, ਕਿਤੇ ਮਾਲ ਜਾ ਰਿਹਾ, ਹੈ ਨਾ, ਅਤੇ ਕਿੰਨਾ ਮਾਲ ਆਇਆ, ਕਿਸ ਤਰੀਕ ਨੂੰ ਆਇਆ, ਇਹ ਸਾਰੀ ਜੋ ਵੀ ਡਿਟੇਲਸ ਹੁੰਦੀ ਹੈ ਉਹ ਇੱਕ ਬਹੀ ਖਾਤੇ ਦੇ ਵਿੱਚ ਦਿੱਤੀ ਹੁੰਦੀ ਹੈ ਜਿਸ ਨੂੰ ਅਸੀਂ ਲੈਜਰ ਵੀ ਬੋਲਦੇ ਹਾਂ, ਰਾਈਟ। ਮੈਂ ਇੱਥੇ ਲਿਖ ਦਿੰਦੀ ਹਾਂ, ਉਸ ਨੂੰ ਅਸੀਂ ਲੈਜਰ LEDGER ਲੈਜਰ ਵੀ ਬੋਲਦੇ ਹਾਂ, ਠੀਕ ਹੈ। ਤੋ ਹੁਣ ਬਲੋਕਚੇਨ ਵੀ ਨਾ ਇਟਸ ਅ ਕਾਈਂਡ ਆਫ ਲੈਜਰ, ਇਹ ਵੀ ਇੱਕ ਤਰ੍ਹਾਂ ਦਾ ਲੈਜਰ ਹੈ ਜਿਸ ਦੇ ਵਿੱਚ ਹਰ ਸਿੰਗਲ ਰਿਕਾਰਡ ਜਿਹੜਾ ਹੁੰਦਾ ਹੈ ਉਹ ਇੱਕ ਸਿੰਗਲ ਬਲੋਕ ਦੇ ਵਿੱਚ ਰੱਖਿਆ ਗਿਆ ਹੁੰਦਾ ਹੈ, ਠੀਕ ਹੈ। ਤੋ ਬਲੋਕਚੇਨ ਨਾਮ ਤੋਂ ਹੀ ਪਤਾ ਲੱਗ ਰਿਹਾ ਇਟ ਇਜ਼ ਅ ਚੇਨ ਆਫ ਬਲੋਕਸ, ਜਾਂ ਅਸੀਂ ਇਹਨੂੰ ਬੋਲ ਸਕਦੇ ਹਾਂ ਕਿ ਚੇਨ ਆਫ ਰਿਕਾਰਡਸ, ਠੀਕ ਹੈ। ਇੱਕ ਸਿੰਗਲ ਬਲੋਕ ਦੇ ਵਿੱਚ ਜੋ ਡਾਟਾ ਹੈ ਉਹ ਸਟੋਰ ਕੀਤਾ ਜਾਂਦਾ ਹੈ, ਠੀਕ ਹੈ। ਜੋ ਫਸਟ ਥਿੰਗ ਉਹਦੇ ਵਿੱਚ, ਹੁਣ ਦੇਖੋ ਪਹਿਲਾਂ ਇਹਨਾਂ ਤੋਂ ਤੁਹਾਨੂੰ ਪਤਾ ਲੱਗ ਗਿਆ ਕਿ ਬਲੋਕਚੇਨ ਦੇ ਵਿੱਚ ਕੀ ਹੈ, ਡਾਟਾ ਸਟੋਰ ਕਰਿਆ ਜਾਂਦਾ, ਇਨਫੋਰਮੇਸ਼ਨ ਸਟੋਰ ਕੀਤੀ ਜਾਂਦੀ ਹੈ। ਹੁਣ ਉਹ ਕਿਸੇ ਵੀ ਚੀਜ਼ ਦੇ ਰਿਗਾਰਡਿੰਗ ਹੋ ਸਕਦੀ ਹੈ, ਉਹ ਮੈਂ ਦੱਸਾਂਗੀ ਵੀ ਕਿ ਕਿਸ ਕਿਸ ਚੀਜ਼ ਦੇ ਰਿਗਾਰਡਿੰਗ ਹੋ ਸਕਦੀ ਹੈ। ਲੇਕਿਨ ਉਸ ਤੋਂ ਇਲਾਵਾ ਵੀ ਜੋ ਇੱਕ ਬਲੋਕ ਹੁੰਦਾ ਉਸ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਸਟੋਰ ਹੁੰਦੀ ਹੈ, ਠੀਕ ਹੈ। ਉਹ ਕੀ ਹੈ ਉਹ ਅਸੀਂ ਅਗਲੀ ਸਲਾਈਡ ਦੇ ਵਿੱਚ ਡਿਸਕਸ ਕਰਾਂਗੇ। ਬਟ ਬਿਫੋਰ ਦੈਟ ਮੈਂ ਇੱਥੇ ਤੋਂ ਇਹ ਜੋ ਲਾਈਨਸ ਲਿਖੀਆਂ ਨੇ ਮੈਂ ਪੜ੍ਹ ਦਿੰਦੀ ਹਾਂ ਤੁਹਾਡੇ ਲਈ, ਠੀਕ ਹੈ। ਤੋ ਅ ਬਲੋਕ ਚੇਨ ਸਟੋਰਸ ਡਾਟਾ ਬੇਸ ਇਨ ਬਲੋਕਸ, ਤਾਂ ਜੋ ਡਾਟਾ ਬੇਸ ਹੈ ਉਹ ਬਲੋਕਸ ਦੇ ਵਿੱਚ ਸਟੋਰ ਹੁੰਦਾ ਹੈ ਔਰ ਉਹ ਜੋ ਬਲੋਕਸ ਹੁੰਦੇ ਨੇ ਦੇ ਆਰ ਲਿੰਕਡ ਟੂਗੈਦਰ, ਉਹ ਇੱਕ ਦੂਜੇ ਨਾਲ ਜੁੜੇ ਹੋਏ ਹੁੰਦੇ ਨੇ ਇੱਕ ਚੇਨ ਦੇ ਵਿੱਚ। ਔਰ ਜੋ ਬਲੋਕਚੇਨ ਟੈਕਨੋਲੋਜੀ ਹੈ ਇਸ ਨੂੰ ਦੇਖੋ ਬਹੁਤ ਸਾਰੇ ਪਰਪਸਿਸ ਲਈ ਯੂਜ਼ ਕਰਿਆ ਜਾਂਦਾ ਹੈ, ਇਵਨ ਫਾਈਨੈਂਸ਼ੀਅਲ ਸਰਵਿਸਿਜ਼ ਲਈ, ਔਰ ਵੋਟਿੰਗ ਜੋ ਹੈਗੀ ਆ ਉਸਨੂੰ ਕਿੱਦਾਂ ਚਲਾਉਣਾ ਹੈ, ਕਿੱਦਾਂ ਐਡਮਿਨਿਸਟਰ ਕਰਨਾ ਹੈ, ਉਸ ਦੇ ਰਿਗਾਰਡਿੰਗ ਵੀ ਇਸ ਟੈਕਨੋਲੋਜੀ ਦਾ ਜੋ ਹੈਗਾ ਉਹ ਯੂਜ਼ ਕੀਤਾ ਜਾਂਦਾ ਹੈ। ਕਿਉਂ ਕੀਤਾ ਜਾਂਦਾ ਅਸੀਂ ਅੱਗੇ ਡਿਸਕਸ ਕਰਾਂਗੇ, ਡੋਂਟ ਵਰੀ। ਸੋ ਇੱਕ ਇਸ ਤਰ੍ਹਾਂ ਦਾ ਸਿਸਟਮ ਹੈ ਜਿਸ ਦੇ ਵਿੱਚ ਰਿਕਾਰਡ ਹੁੰਦਾ ਹੈ ਸਾਰੀ ਟ੍ਰਾਂਜੈਕਸ਼ਨਸ ਦਾ, ਸਪੈਸ਼ਲੀ ਉਹ ਟ੍ਰਾਂਜੈਕਸ਼ਨ ਜੋ ਕਿ ਕ੍ਰਿਪਟੋ ਕਰੰਸੀਜ਼ ਦੇ ਵਿੱਚ ਕਰੀਆਂ ਗਈਆਂ ਨੇ, ਠੀਕ ਹੈ। ਹੁਣ ਕ੍ਰਿਪਟੋ ਕਰੰਸੀਜ਼ ਵੀ ਬਹੁਤ ਤਰ੍ਹਾਂ ਦੀ ਹੁੰਦੀਆਂ ਨੇ, ਬਿਟਕੋਇਨ ਇਜ਼ ਵਨ ਅਮੰਗ ਦੈਮ, ਬਿਟਕੋਇਨ ਵੀ ਉਹਨਾਂ 'ਚੋਂ ਹੀ ਇੱਕ ਹੈ, ਅਤੇ ਹੋਰ ਵੀ ਕਾਫੀਆਂ ਨੇ, ਉਹ ਵੀ ਮੈਂ ਤੁਹਾਨੂੰ ਦੱਸ ਦੇਵਾਂਗੀ। ਜਸਟ ਉਹਨਾਂ ਦੇ ਤੁਸੀਂ ਇੱਕ ਵਾਰ ਨੇਮ ਵੇਖ ਲਿਓ, ਦੈਟ ਵਿਲ ਬੀ ਮੋਰ ਦੈਨ ਇਨਫ, ਰਾਈਟ। ਅਤੇ ਇਹ ਜੋ ਕ੍ਰਿਪਟੋ ਕਰੰਸੀ ਦੇ ਵਿੱਚ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਉਸ ਨੂੰ ਵੀ ਰਿਕਾਰਡ ਕਰਦਾ ਹੈ, ਠੀਕ ਹੈ। ਔਰ ਜੋ ਇਹ ਬਲੋਕਚੇਨ ਟੈਕਨੋਲੋਜੀ ਦੇ ਵਿੱਚ ਜੋ ਇਹ ਪੂਰਾ ਬਲੋਕ ਹੁੰਦਾ ਹੈ ਜਿਸ ਦੇ ਵਿੱਚ ਡਾਟਾ ਵਗੈਰਾ ਸਟੋਰ ਹੁੰਦਾ ਹੈ, ਇਸ ਨੂੰ ਬਹੁਤ ਸਾਰੇ ਜੋ ਕੰਪਿਊਟਰਸ ਦਾ ਨੈਟਵਰਕ ਹੈ, ਰਾਈਟ, ਉਹ ਮੇਨਟੇਨ ਕਰਦੇ ਹੈ। ਮਤਲਬ ਇਸ ਤੋਂ ਕੀ ਪਤਾ ਲੱਗਦਾ ਹੈ ਕਿ ਕੋਈ ਇੱਕ ਸਿੰਗਲ ਅਥੋਰਿਟੀ ਨਹੀਂ ਹੁੰਦੀ ਹੈਗੀ, ਇਸੇ ਕਰਕੇ ਤਾਂ ਇਸ ਨੂੰ ਹਾਈਲੀ ਸਿਕਿਉਰਡ ਬੋਲ ਰਹੇ ਹੈ, ਇਹੀ ਰੀਜ਼ਨ ਹੈ। ਕਿਉਂਕਿ ਦੇਖੋ ਪਤਾ ਕੀ ਹੁੰਦਾ ਹੈ, ਹੁਣ ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਜਸਟ ਅ ਮੋਮੈਂਟ। ਹਾਂਜੀ, ਤਾਂ ਅਸੀਂ ਵੇਖ ਰਹੇ ਸੀ ਕਿ ਇਹ ਕਾਫੀ ਜ਼ਿਆਦਾ ਹਾਈਲੀ ਸਿਕਿਉਰਡ ਹੁੰਦਾ ਹੈ। ਕਿਉਂ ਹੁੰਦਾ ਹੈ, ਕਿਵੇਂ ਹੁੰਦਾ ਹੈ, ਉਹ ਅਸੀਂ ਪ੍ਰੋਸੈਸ ਵੇਖਾਂਗੇ। ਅਤੇ ਜੋ ਬਲੋਕਚੇਨ ਹੁੰਦੀ ਹੈ ਇਹ ਇਮਿਊਟੇਬਲ ਹੁੰਦੀ ਹੈ। ਵਾਟ ਡਜ਼ ਦੈਟ ਮੀਨ? ਇਮਿਊਟੇਬਲ ਦਾ ਮਤਲਬ ਹੁੰਦਾ ਅਨਚੇਂਜਿੰਗ, ਲਾਈਕ ਅਨੇਬਲ ਟੂ ਬੀ ਚੇਂਜਡ। ਇਸ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ, ਇਹੀ ਤਾਂ ਇਹਦੀ ਖਾਸੀਅਤ ਹੈ। ਕਿ ਨੋਰਮਲੀ ਕਿਆ ਹੁੰਦਾ ਹੈ, ਤੁਸੀਂ ਦੇਖੋਗੇ ਜੋ ਗਵਰਮੈਂਟ ਵਗੈਰਾ ਦੇ ਡਾਟਾ ਵਗੈਰਾ ਹੁੰਦਾ ਹੈ ਨਾ, ਜਾਂ ਕੋਈ ਐਸੀ ਟ੍ਰਾਂਜੈਕਸ਼ਨ ਜਿਸ ਦੇ ਵਿੱਚ ਕੋਈ ਥਰਡ ਪਾਰਟੀ ਦੀ ਇਨਵੋਲਵਮੈਂਟ ਹੁੰਦੀ ਹੈ, ਉੱਥੇ ਚਾਂਸਿਸ ਹੁੰਦੇ ਹੈ ਕਿ ਜੋ ਸਾਹਮਣੇ ਵਾਲਾ ਪਰਸਨ ਹੈ, ਐਡਮਿਨ ਹੈ, ਜਿਹਦੇ ਕੋਲ ਉਹ ਡਾਟਾ ਹੈ ਉਸ ਦੇ ਨਾਲ ਟੈਂਪਰਿੰਗ ਕਰਦੇ, ਛੇੜਖਾਨੀ ਕਰਦੇ, ਉਸ 'ਚ ਕੁਛ ਚੇਂਜਸ ਵਗੈਰਾ ਕਰਦੇ। ਬਟ ਬਲੋਕਚੇਨ ਟੈਕਨੋਲੋਜੀ ਦੀ ਇਹੀ ਖਾਸੀਅਤ ਹੈ ਕਿ ਇਸ 'ਚ ਅਗਰ ਇੱਕ ਵਾਰ ਤੁਸੀਂ ਕੋਈ ਵੀ ਡਾਟਾ ਫਿਲਅਪ ਕਰਤਾ, ਤੁਸੀਂ ਇਸ ਨੂੰ ਦੁਬਾਰਾ ਚੇਂਜ ਨਹੀਂ ਕਰ ਸਕਦੇ। ਕਿਵੇਂ, ਉਹ ਮੈਂ ਤੁਹਾਨੂੰ ਨੈਕਸਟ ਸਲਾਈਡ ਦੇ ਵਿੱਚ ਦੱਸਦੀ ਹਾਂ, ਠੀਕ ਹੈ।
ਤੋ ਉਰੇ ਜਿਹੜਾ ਵੀ ਤੁਸੀਂ ਡਾਟਾ ਐਂਟਰ ਕਰਦੇ ਹੋ ਤਾਂ ਉਹ ਇਰਰੀਵਰਸੀਬਲ ਹੁੰਦਾ ਹੈ ਔਰ ਫੋਰ ਬਿਟਕੋਇਨ ਟ੍ਰਾਂਜੈਕਸ਼ਨਸ ਆਰ ਪਰਮਾਨੈਂਟਲੀ ਰਿਕਾਰਡਡ ਐਂਡ ਕੈਨ ਬੀ ਵਿਊਅਰਡ ਬਾਈ ਐਨੀਵਨ। ਔਰ ਜਦੋਂ ਤੁਸੀਂ ਬਿਟਕੋਇਨ ਦੇ ਰਿਗਾਰਡਿੰਗ ਕੋਈ ਵੀ ਟ੍ਰਾਂਜੈਕਸ਼ਨ ਕਰਦੇ ਹੋ ਪਰਮਾਨੈਂਟਲੀ ਰਿਕਾਰਡ ਹੋ ਜਾਂਦੀ ਹੈ ਔਰ ਉਸਨੂੰ ਫਿਰ ਕੋਈ ਵੀ ਜੋ ਬੰਦਾ ਹੈ ਉਸ ਨੈਟਵਰਕ ਦੇ ਵਿੱਚ ਇਨਵੋਲਵ ਉਹ ਵੇਖ ਸਕਦਾ ਹੈ। ਠੀਕ ਹੈ, ਸੋ ਇਹ ਐਪਲੀਕੇਸ਼ਨਸ ਨੇ। ਐਪਲੀਕੇਸ਼ਨਸ ਦੇਖਣ ਤੋਂ ਪਹਿਲਾਂ ਅਸੀਂ ਪਹਿਲਾਂ ਡਿਸਕਸ ਕਰ ਲੈਂਦੇ ਆ, ਰਾਈਟ। ਬਾਅਦ 'ਚ ਵੇਖ ਲਵਾਂਗੇ ਕਿ ਵੈਸੇ ਪੜ੍ਹ ਲੈਂਦੇ ਆ ਇਹਨੂੰ ਕਿ ਕੀ ਹੈ ਇੱਕ ਵਾਰ, ਇਹਦੇ ਵਿੱਚ ਕੁਛ ਜ਼ਿਆਦਾ ਇੰਨਾ ਮੁਸ਼ਕਿਲ ਹੈ ਨਹੀਂ। ਦੇਖੋ ਐਪਲੀਕੇਸ਼ਨਸ ਵੈਸੇ ਤਾਂ ਦੇਖੋ ਬਲੋਕਚੇਨ ਟੈਕਨੋਲੋਜੀ ਦੀ ਬਹੁਤ ਸਾਰੇ ਜੋ ਹੈ ਐਪਲੀਕੇਸ਼ਨਸ ਹੈਗੀਆਂ ਨੇ ਔਰ ਹੁਣ ਵੀ ਸਟਿਲ ਇਵੋਲਵ ਹੋ ਰਹੀਆਂ ਨੇ। ਤਾਂ ਆਉਣ ਵਾਲੇ ਲਾਈਕ ਮੇਰੇ ਖਿਆਲ ਤੋਂ 10-12 ਸਾਲ ਦੇ ਵਿੱਚ ਬਹੁਤ ਸਾਰੀਆਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਵੇਖੋਗੇ ਜਿਹਦੇ ਵਿੱਚ ਬਲੋਕਚੇਨ ਟੈਕਨੋਲੋਜੀ ਦੀ ਹਾਈ ਇਨਵੋਲਵਮੈਂਟ ਹੋਊਗੀ। ਅਤੇ ਉਸ ਤੋਂ ਇਲਾਵਾ ਦੇਖੋ ਨਈ ਤੋਂ ਨਈ ਐਪਲੀਕੇਸ਼ਨਸ ਇਸ ਦੀਆਂ ਆਉਂਦੀਆਂ ਹੀ ਰਹਿੰਦੀਆਂ ਨੇ। ਸੋ ਤੁਸੀਂ ਸਾਰੀਆਂ ਪੜ੍ਹੋ, ਇਹ ਜ਼ਰੂਰੀ ਵੀ ਨਹੀਂ ਹੈ, ਜਸਟ ਤੁਸੀਂ ਇੱਕ ਆਈਡੀਆ ਲੈ ਲਓ ਕਿ ਹਾਂ ਇਹਨਾਂ ਨੂੰ ਕਿੱਥੇ ਕਿੱਥੇ ਯੂਜ਼ ਕੀਤਾ ਜਾ ਸਕਦਾ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਡਿਜੀਟਲ ਆਈਡੀ ਦੇ ਵਿੱਚ ਬਿਟਕੋਇਨ ਇਹ ਤਾਂ ਅਸੀਂ ਵੇਖ ਲਿਆ। ਵੋਟਿੰਗ ਸਿਸਟਮ ਦੇ ਵਿੱਚ ਵੀ ਇਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਤਾਂ ਕਿ ਤੁਸੀਂ ਕਿਸ ਨੂੰ ਵੋਟ ਪਾਇਆ, ਠੀਕ ਹੈ, ਤੁਹਾਡੀ ਵੋਟ ਉਸ ਬੰਦੇ ਤੱਕ ਗਈ ਵੀ ਹੈ ਜਾਂ ਨਹੀਂ ਵੀ ਗਈ ਹੈ, ਤੁਸੀਂ ਇਸ ਨੂੰ ਖੁਦ ਵੈਰੀਫਾਈ ਕਰੋ। ਹੁਣ ਕੌਣ ਕਰਦਾ ਹੈ? ਹੁਣ ਦੇਖੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਦਾ ਹੈ, ਤੁਹਾਨੂੰ ਪਤਾ ਹੈ। ਚਾਹੇ ਤੁਸੀਂ EVM ਦੇ ਥਰੂ ਕੋਈ ਵੀ ਵੋਟ ਕਰ ਰਹੇ ਹੋ, ਚਾਹੇ ਤੁਸੀਂ ਬੈਲਟ ਪੇਪਰ ਦੇ ਥਰੂ ਕੋਈ ਵੀ ਵੋਟ ਕਰ ਰਹੇ ਹੋ, ਠੀਕ ਹੈ, ਤੁਹਾਨੂੰ ਇੱਕ ਇਹ ਭਰੋਸਾ ਹੁੰਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ 'ਤੇ ਕਿ ਹਾਂ ਜੋ ਸਾਡੀ ਵੋਟ ਹੈ ਉਹਦੇ ਵਿੱਚ ਕੋਈ ਵੀ ਟੈਂਪਰਿੰਗ ਨਹੀਂ ਹੋਊਗੀ। ਦੇਖੋ ਇਹ ਲਾਈਕ ਤੁਸੀਂ ਮੋਸਟ ਆਫ ਦਾ ਟਾਈਮ ਕੇਸਿਸ ਸੁਣੇ ਹੋਣਗੇ ਕਿ ਨਹੀਂ, ਇੱਦਾਂ ਬਿਲਕੁਲ ਨਹੀਂ ਹੁੰਦਾ ਕਿ ਬਹੁਤ ਵਾਰ ਇੱਦਾਂ ਦੇ ਵੀ ਕੇਸਿਸ ਵੇਖੇ ਹੈ ਕਿ ਵੋਟਸ ਨਾਲ ਵੀ ਟੈਂਪਰਿੰਗ ਵਗੈਰਾ ਜਾਂ EVM ਨਾਲ ਛੇੜਖਾਨੀ ਵਗੈਰਾ ਹੋ ਜਾਂਦੀ ਹੈ ਨਾ। ਬਟ ਹੁਣ ਕਰ ਕੀ ਸਕਦੇ ਹੈ, ਸਾਨੂੰ ਹੁਣ ਦੇਖੋ ਕਿਸੇ ਨਾ ਕਿਸੇ 'ਤੇ ਤਾਂ ਭਰੋਸਾ ਕਰਨਾ ਪੈਣਾ। ਸੋ ਅਸੀਂ ਲਾਈਕ ਇਲੈਕਸ਼ਨ ਕਮਿਸ਼ਨ 'ਤੇ ਉਸ ਟਾਈਮ ਭਰੋਸਾ ਕਰ ਲੈਂਦੇ ਨੇ ਕਿ ਉਹਦੇ ਕੋਲ ਜੋ ਹੈ ਸਾਰੀ ਰਿਸਪੋਂਸੀਬਿਲਿਟੀ ਹੁੰਦੀ ਹੈ, ਸਾਨੂੰ ਕਰਨਾ ਹੀ ਪੈਂਦਾ ਹੈ, ਹੋਰ ਕੋਈ ਚਾਰਾ ਨਹੀਂ ਹੈ। ਬਟ ਬਲੋਕਚੇਨ ਟੈਕਨੋਲੋਜੀ 'ਚ ਇੱਦਾਂ ਕੁਛ ਵੀ ਨਹੀਂ ਹੈ। ਅਗਰ ਤੁਸੀਂ ਇੱਕ ਵਾਰ ਕਿਸੇ ਨੂੰ ਵੋਟ ਕਰਤੀ ਦੈਨ ਤੁਸੀਂ ਉਸਨੂੰ ਖੁਦ ਵੈਰੀਫਾਈ ਕਰ ਸਕਦੇ ਹੋ ਕਿ ਹਾਂ ਮੈਂ ਵੋਟ ਕੀਤੀ ਔਰ ਮੇਰੀ ਵੋਟ ਉਸ ਬੰਦੇ ਤੱਕ ਹੀ ਗਈ ਹੈ, ਠੀਕ ਹੈ। ਉਸ ਤੋਂ ਇਲਾਵਾ ਹੈਲਥ ਕੇਅਰ ਦੇ ਵਿੱਚ ਵੀ ਇਸ ਨੂੰ ਯੂਜ਼ ਕਰ ਸਕਦੇ ਹੈ। ਹੈਲਥ ਕੇਅਰ ਦੇ ਵਿੱਚ ਦੇਖੋ ਇਸ ਨੂੰ ਕਿਵੇਂ ਯੂਜ਼ ਕਰ ਸਕਦੇ ਹੈ, ਜਿਵੇਂ ਤੁਸੀਂ ਵੇਖਿਆ ਹੋਊਗਾ ਕਿ ਬਹੁਤ ਸਾਰੇ ਪੇਸ਼ੈਂਟਸ ਵਗੈਰਾ ਹੁੰਦੇ ਆ ਹੈ ਨਾ, ਅਤੇ ਪੇਸ਼ੈਂਟਸ ਦੇ ਰਿਕਾਰਡ ਵਗੈਰਾ ਵੀ ਹੋਣਗੇ। ਤਾਂ ਅਗਰ ਪੇਸ਼ੈਂਟਸ ਦਾ ਜੋ ਡਾਟਾ ਹੈ ਉਹ ਜਾਂ ਰਿਕਾਰਡਸ ਵਗੈਰਾ ਹੈ ਉਹ ਹੋਸਪਿਟਲ ਦੇ ਵਿੱਚ ਬਲੋਕਚੇਨ ਟੈਕਨੋਲੋਜੀ ਦੀ ਹੈਲਪ ਨਾਲ ਸਟੋਰ ਕੀਤੇ ਗਏ ਆ ਤਾਂ ਓਬਵੀਅਸ ਹੈ ਉਹ ਸਿਕਿਉਰ ਰਹਿਣਗੇ, ਕਿਸੇ ਨੂੰ ਵੀ ਉਸ ਦਾ ਐਕਸੈਸ ਈਜ਼ੀਲੀ ਨਹੀਂ ਮਿਲ ਸਕਦਾ, ਠੀਕ ਹੈ। ਉਸ ਤੋਂ ਇਲਾਵਾ ਬੈਂਕਿੰਗ ਦੇ ਵਿੱਚ ਵੀ ਬਹੁਤ ਸਾਰੀ ਟ੍ਰਾਂਜੈਕਸ਼ਨਸ ਵਗੈਰਾ ਹੁੰਦੀਆਂ ਨੇ, ਠੀਕ ਹੈ। ਸੋ ਉਸ ਦੇ ਵਿੱਚ ਵੀ ਇਸ ਦਾ ਯੂਜ਼ ਕਰ ਸਕਦੇ ਹਾਂ। ਔਨਲਾਈਨ ਮਿਊਜ਼ਿੰਗ, ਇੰਟਰਨੈਟ ਆਫ ਥਿੰਗਸ ਦੇ ਵਿੱਚ ਤੁਸੀਂ ਕਿਆ ਦੇਖ ਸਕਦੇ ਹੋ ਕਿ ਲਾਈਕ ਤੁਸੀਂ ਜੋ ਵੀ ਆਪਣੇ ਘਰ ਦੇ ਵਿੱਚ ਅਪਲਾਈਐਂਸਿਸ ਯੂਜ਼ ਕਰਦੇ ਹੋ, ਸਮਾਰਟ ਹੋਮ ਪ੍ਰੋਡਕਟਸ ਯੂਜ਼ ਕਰ ਸਕਦੇ ਹੋ, ਉਸਦਾ ਜੋ ਐਕਸੈਸ ਹੈ, ਉਸਦੀ ਜੋ ਪਰਮਿਸ਼ਨ ਹੈ, ਠੀਕ ਹੈ, ਦੂਰ ਬੈਠ ਕੇ ਵੀ ਰਿਮੋਟਲੀ ਤੁਸੀਂ ਉਸਨੂੰ ਕਿਸੇ ਵੀ ਟਾਈਮ ਰਿਵੋਕ ਕਰ ਸਕਦੇ ਹੋ ਵਿਦ ਦੀ ਹੈਲਪ ਆਫ ਬਲੋਕਚੇਨ ਟੈਕਨੋਲੋਜੀ, ਠੀਕ ਹੈ। ਸੋ ਦੈਨ ਲਾਅ ਇਨਫੋਰਸਮੈਂਟ ਦੇ ਵਿੱਚ ਵੀ ਇਸ ਦਾ ਯੂਜ਼ ਕੀਤਾ ਜਾ ਸਕਦਾ ਹੈ। ਫੋਰ ਐਗਜ਼ਾਮਪਲ ਕਿ ਜਿਵੇਂ ਬਹੁਤ ਸਾਰੇ ਐਵੀਡੈਂਸਿਸ ਵਗੈਰਾ ਹੁੰਦੇ ਨੇ, ਠੀਕ ਹੈ, ਅਤੇ ਉਹ ਕਿੱਦਾਂ ਸਟੋਰ ਕਰਕੇ ਰੱਖਣੇ ਹੈ ਇੱਕ ਸੇਫ ਜਗ੍ਹਾ 'ਤੇ, ਠੀਕ ਹੈ, ਉਸ 'ਚ ਵੀ ਇਸ ਦਾ ਯੂਜ਼ ਹੋ ਸਕਦਾ ਹੈ। ਅਤੇ ਉਸ ਤੋਂ ਇਲਾਵਾ ਜੋ ਪੁਲਿਸ ਵਗੈਰਾ ਆਪਣੇ ਇੰਟੈਰੋਗੇਸ਼ਨਸ ਵਗੈਰਾ ਕਰਦੀ ਹੈ, ਠੀਕ ਹੈ, ਅਤੇ ਜੋ ਵੀ ਲਾਈਕ ਕਿਸੇ ਵੀ ਕੇਸ ਬਾਰੇ ਵੇਖਣ ਤੋਂ ਪਹਿਲਾਂ ਜੋ ਵੀ ਪ੍ਰੋਸੈਸਿਸ ਤੋਂ ਲੰਘਿਆ ਜਾਂਦਾ ਉਹ ਠੀਕ ਹੈ, ਉਹਨੂੰ ਸਟੋਰ ਕਰਨ ਲਈ ਵੀ ਅਸੀਂ ਬਲੋਕਚੇਨ ਟੈਕਨੋਲੋਜੀ ਦਾ ਕੀ ਹੈ ਯੂਜ਼ ਕਰ ਸਕਦੇ ਹਾਂ, ਠੀਕ ਹੈ। ਦੈਨ ਉਸ ਤੋਂ ਬਾਅਦ ਵਿਲ ਗੋ ਟੂ ਦਾ ਨੈਕਸਟ ਸਲਾਈਡ। ਦੈਨ ਹੁਣ ਅਸੀਂ ਦੇਖਦੇ ਹਾਂ ਕਿ ਬਲੋਕਚੇਨ ਜੋ ਹੈ ਉਹ ਕੰਮ ਕਿੱਦਾਂ ਕਰਦਾ ਹੈ, ਠੀਕ ਹੈ। ਲੇਕਿਨ ਉਸ ਤੋਂ ਪਹਿਲਾਂ ਆਈ ਵੁੱਡ ਲਾਈਕ ਟੂ ਟੈਲ ਯੂ ਸਮਥਿੰਗ ਕਿ ਬਲੋਕਚੇਨ ਦੇ ਵਿੱਚ ਹੁੰਦਾ ਕੀ ਹੈ, ਠੀਕ ਹੈ। ਆਈ ਥਿੰਕ ਮੈਂ ਇੱਥੇ ਨਹੀਂ ਲਿਖਿਆ ਬਟ ਇਹ ਸਲਾਈਡ ਜੋ ਹੈ ਮੈਂ ਖਾਲੀ ਰੱਖੀ ਹੋਈ ਹੈ ਅਤੇ ਤੁਸੀਂ ਇਸ ਨੂੰ ਵੇਖ ਸਕਦੇ ਹੋ। ਦੇਖੋ ਸਭ ਤੋਂ ਪਹਿਲਾਂ ਕਿਸੇ ਵੀ ਬਲੋਕ ਦੇ ਵਿੱਚ ਕੀ ਇਨਵੋਲਵ ਹੁੰਦਾ ਹੈ, ਠੀਕ ਹੈ। ਸਭ ਤੋਂ ਪਹਿਲਾਂ ਦੇਖੋ ਕੋਈ ਵੀ ਜੋ ਬਲੋਕ ਹੁੰਦਾ ਹੈ ਨਾ
ਉਸਦੇ ਵਿੱਚ 3 ਚੀਜ਼ਾਂ ਸਟੋਰ ਹੁੰਦੀਆਂ ਨੇ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਕੀ ਹੋ ਗਿਆ, ਡਾਟਾ ਹੀ ਹੋ ਗਿਆ, ਠੀਕ ਹੈ। ਜਸਟ ਅ ਮੂਮੈਂਟ, ਮੈਂ ਇਹਨੂੰ ਥੋੜ੍ਹਾ ਸਾਫ਼ ਕਰਕੇ ਲਿਖ ਲੈਂਦੀ ਹਾਂ। ਹਾਂਜੀ, ਕੋਈ ਵੀ ਦੇਖੋ ਜੋ ਬਲੌਕ ਹੁੰਦਾ ਹੈ, ਠੀਕ ਹੈ, ਇੱਕ ਸੈਕਿੰਡ, ਕੋਈ ਵੀ ਦੇਖੋ ਜੋ ਬਲੌਕ ਹੁੰਦਾ ਹੈ ਉਹ ਮੇਨਲੀ 3 ਚੀਜ਼ਾਂ ਤੋਂ ਮਿਲ ਕੇ ਬਣਦਾ ਹੈ, ਠੀਕ ਹੈ। 3 ਥਿੰਗਸ, ਉਹ ਕਿਹੜੀਆਂ ਨੇ? ਸਭ ਤੋਂ ਪਹਿਲਾਂ ਤਾਂ ਹੁੰਦਾ ਹੈ ਡਾਟਾ। ਤੁਸੀਂ ਇਸ ਨੂੰ ਕਿਸੇ ਕਾਪੀ ਵਗੈਰਾ 'ਤੇ ਉਤਾਰ ਸਕਦੇ ਹੋ। ਦੂਸਰਾ ਹੁੰਦਾ ਹੈ ਹੈਸ਼, ਠੀਕ ਹੈ। ਐਂਡ ਦ ਥਰਡ ਵਨ ਇਜ਼ ਹੈਸ਼ ਆਫ ਦੀ ਪ੍ਰੀਵੀਅਸ ਬਲੌਕ। ਦੇਖੋ ਇਹਦੇ ਬਾਰੇ ਅਸੀਂ ਡਿਸਕਸ ਕਰਦੇ ਹਾਂ ਆਰਾਮ ਨਾਲ ਕਿ ਕਿਹੜੀ ਚੀਜ਼ ਹੁੰਦੀ ਹੈ, ਠੀਕ ਹੈ। ਦੇਖੋ ਡਾਟਾ ਤਾਂ ਤੁਹਾਨੂੰ ਪਤਾ ਹੈ ਕਿ ਡਾਟਾ ਕੀ ਹੁੰਦਾ ਹੈ। ਡਾਟਾ ਓਬਵੀਅਸ ਹੈ ਕਿ ਕੋਈ ਵੀ ਜੋ ਇਨਫੋਰਮੇਸ਼ਨ ਹੈ, ਰਾਈਟ, ਜਿਵੇਂ ਕਿ ਲਾਈਕ ਬਿਟਕੋਇਨ ਦੇ ਰਿਲੇਟਿਡ ਅਗਰ ਕੋਈ ਵੀ ਟ੍ਰਾਂਜੈਕਸ਼ਨ ਹੋਊਗੀ, ਉਹ ਕੀ ਇਨਫੋਰਮੇਸ਼ਨ ਹੋਗੀ, ਤੋ ਬਿਟਕੋਇਨ ਕਿਹਦੇ ਕੋਲ ਆਇਆ, ਕਿਹਦੇ ਕੋਲ ਗਿਆ, ਠੀਕ ਹੈ, ਕਿੰਨੀ ਅਮਾਊਂਟ ਸੀ, ਜੋ ਵੀ ਹੈ ਉਹ, ਔਰ ਕੇਸ ਟੂ ਕੇਸ ਬੇਸਿਸ 'ਤੇ ਯੂਜ਼ ਹੁੰਦਾ ਹੈ ਡਾਟਾ ਸਟੋਰ। ਸੋ ਬਿਟਕੋਇਨ ਦੇ ਕੇਸ ਦੇ ਵਿੱਚ ਕਿੰਨੇ ਦੀ ਟ੍ਰਾਂਜੈਕਸ਼ਨ ਹੋਈ ਹੈ, ਕਿੱਥੇ ਗਈ ਹੈ, ਕਿਸ ਤੋਂ ਆਈ ਹੈ, ਉਹ ਸਾਰਾ ਕੁਛ ਇਹਦੇ ਵਿੱਚ ਸਟੋਰ ਹੁੰਦਾ ਹੈ। ਸੋ ਦੈਟ ਇਜ਼ ਡਾਟਾ, ਠੀਕ ਹੈ। ਦੈਨ ਸੈਕਿੰਡ ਥਿੰਗ ਜੋ ਸਟੋਰ ਹੁੰਦੀ ਆ ਬਲੌਕ ਦੇ ਵਿੱਚ, ਉਹ ਹੁੰਦੀ ਹੈ ਹੈਸ਼। ਹੈਸ਼ ਕੀ ਹੁੰਦਾ ਹੈ? ਦੇਖੋ ਇਸਨੂੰ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਵਿਦ ਦੀ ਹੈਲਪ ਆਫ ਲਾਈਕ, ਮੈਂ ਐਗਜ਼ਾਮਪਲ ਦੇ ਦਿੰਦੀ ਹਾਂ ਤੁਹਾਨੂੰ ਇੱਕ। ਜਿਵੇਂ ਹਰ ਕਿਸੇ ਦਾ ਦੇਖੋ ਇੱਕ ਯੂਨੀਕ ਫਿੰਗਰਪ੍ਰਿੰਟ ਹੁੰਦਾ ਹੈ, ਠੀਕ ਹੈ। ਈਵਨ ਜਦੋਂ ਅਸੀਂ ਕਦੇ ਆਪਣੀ ਬਾਇਓਮੈਟ੍ਰਿਕਸ ਵਗੈਰਾ ਵੀ ਆਧਾਰ ਕਾਰਡ ਲਈ ਦੇਣ ਜਾਂਦੇ ਹੈ, ਤਾਂ ਉਹ ਬਾਇਓਮੈਟ੍ਰਿਕਸ ਹੋਣ ਤੋਂ ਬਾਅਦ ਸਾਨੂੰ ਇੱਕ ਆਧਾਰ ਨੰਬਰ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਹੈ, ਠੀਕ ਹੈ। ਬਲੌਕ ਚੇਨ 'ਚ ਵੀ ਇੱਦਾਂ ਹੀ ਹੁੰਦਾ ਹੈ ਕਿ ਜਦੋਂ ਵੀ ਕੋਈ ਡਾਟਾ ਸਟੋਰ ਕਰਦੇ ਆ ਨਾ ਬਲੌਕ ਦੇ ਵਿੱਚ, ਤਾਂ ਉਹਦੇ ਹਿਸਾਬ ਨਾਲ ਨਾ ਇੱਕ ਯੂਨੀਕ ਕੋਡ ਜਨਰੇਟ ਕੀਤਾ ਜਾਂਦਾ ਹੈ। ਉਸੇ ਨੂੰ ਅਸੀਂ ਕਿਆ ਬੋਲਦੇ ਹਾਂ? ਹੈਸ਼ ਬੋਲਦੇ ਹਾਂ, ਠੀਕ ਹੈ। ਦੈਨ ਜੋ ਥਰਡ ਇਨਫੋਰਮੇਸ਼ਨ ਸਟੋਰ ਹੁੰਦੀ ਆ ਬਲੌਕ ਦੇ ਵਿੱਚ, ਉਹ ਹੁੰਦਾ ਹੈ ਪ੍ਰੀਵੀਅਸ ਬਲੌਕ ਦਾ ਹੈਸ਼ ਹੀ। ਇਹ ਐਕਚੁਅਲੀ ਲਿੰਕਿੰਗ ਲਈ ਇੰਪੋਰਟੈਂਟ ਹੈ। ਜਿਵੇਂ ਕਿ ਮੈਂ ਦੱਸਦੀ ਹਾਂ ਕਿਵੇਂ, ਡੋਂਟ ਵਰੀ, ਤੁਹਾਨੂੰ ਈਜ਼ੀਲੀ ਸਮਝ ਆ ਜਾਊਗਾ, ਇੰਨਾ ਕੋਈ ਜ਼ਿਆਦਾ ਟੈਕਨੀਕੈਲਿਟੀ ਨਹੀਂ ਹੈ। ਦੇਖੋ ਜਿਹੜੀ ਥਰਡ ਇਨਫੋਰਮੇਸ਼ਨ ਹੈ ਜਿਹੜੀ ਥਰਡ ਥਿੰਗ ਹੈ ਉਹ ਹੁੰਦੀ ਹੈ ਕਿ ਪ੍ਰੀਵੀਅਸ ਬਲੌਕ ਦਾ ਹੀ ਜੋ ਹੈਸ਼ ਹੁੰਦਾ ਹੈ, ਠੀਕ ਹੈ, ਉਹ ਨੈਕਸਟ ਵਾਲੇ ਬਲੌਕ ਦੇ ਵਿੱਚ ਕੀ ਹੁੰਦਾ ਹੈ? ਸੇਵ ਹੁੰਦਾ ਹੈ, ਠੀਕ ਹੈ। ਔਰ ਨੈਕਸਟ ਬਲੌਕ ਦਾ ਹੈਸ਼ ਉਸ ਤੋਂ ਨੈਕਸਟ ਵਾਲੇ 'ਚ ਸੇਵ ਹੋਊਗਾ। ਫਿਰ ਇੱਦਾਂ ਹੀ ਕੰਟੀਨਿਊ ਚੱਲਦਾ ਰਹਿੰਦਾ ਹੈ, ਔਰ ਇੱਕ ਕਿਆ ਬਣ ਜਾਂਦੀ ਹੈ? ਚੇਨ ਬਣ ਜਾਂਦੀ ਹੈ, ਠੀਕ ਹੈ। ਹੁਣ ਦੇਖੋ ਜਦੋਂ ਬਲੌਕ ਦੀ ਚੇਨ ਬਣ ਰਹੀ ਹੈ, ਫੋਰ ਐਗਜ਼ਾਮਪਲ ਇੱਕ ਮੰਨ ਲਓ ਕਿ ਜਿਵੇਂ ਕਿ ਇੱਕ ਸੈਕਿੰਡ, ਜਿਵੇਂ ਕਿ ਇੱਕ ਬਲੌਕ ਇਹ ਹੈ, ਠੀਕ ਹੈ। ਦੈਨ ਸੈਕਿੰਡ ਬਲੌਕ, ਦੈਨ ਥਰਡ ਬਲੌਕ, ਫੋਰਥ ਬਲੌਕ, ਇਸ ਦਾ ਦੇਖੋ ਆਪਣਾ ਕੋਈ ਹੈਸ਼ ਹੋਊਗਾ, ਠੀਕ ਹੈ, ਅਤੇ ਪ੍ਰੀਵੀਅਸ ਹੈਸ਼ ਹੋਊਗਾ ਕੋਈ, ਇਹਦਾ ਵੀ ਆਪਣਾ ਹੈਸ਼ ਹੋਊਗਾ, ਅਤੇ ਪ੍ਰੀਵੀਅਸ ਹੈਸ਼ ਮਤਲਬ ਇਸ ਦਾ ਹੈਸ਼ ਹੋਊਗਾ। ਇਹਦੇ ਕੋਲ ਆਪਣਾ ਹੈਸ਼ ਹੋਊਗਾ ਅਤੇ ਇੱਕ ਇਸ ਦਾ ਹੈਸ਼ ਹੋਊਗਾ। ਇਹਦੇ ਕੋਲ ਵੀ ਆਪਣਾ ਹੈਸ਼ ਹੋਊਗਾ ਅਤੇ ਇੱਕ ਇਸ ਦਾ ਹੈਸ਼ ਹੋਊਗਾ। ਪ੍ਰੀਵੀਅਸ ਹੈਸ਼ ਮਤਲਬ ਜੋ ਕਿ ਇਹਨਾਂ ਨੂੰ ਲਿੰਕ ਕਰਦੇ ਆ, ਠੀਕ ਹੈ। ਤੋ ਹੁਣ ਪੂਰੀ ਚੇਨ ਦੇ ਵਿੱਚ ਕਿਤੇ ਨਾ ਕਿਤੇ ਤੋਂ ਤਾਂ ਸਟਾਰਟਿੰਗ ਹੋ ਰਹੀ ਹੋਊਗੀ ਨਾ। ਮੰਨ ਲਓ ਕਿ ਇਹ ਜਿਹੜਾ ਬਲੌਕ ਹੈ ਇਹੀ ਫਸਟ ਬਲੌਕ ਹੈ, ਠੀਕ ਹੈ। ਹੁਣ ਇਹ ਜਿਹੜਾ ਫਸਟ ਬਲੌਕ ਹੁੰਦਾ, ਜਿਸ ਦੇ ਪਿੱਛੇ ਕੋਈ ਹੋਰ ਬਲੌਕ ਨਹੀਂ ਹੁੰਦਾ, ਜੋ ਆਪਣੇ ਆਪ 'ਚ ਹੀ ਫਸਟ ਹੈ, ਠੀਕ ਹੈ। ਤੋ ਇਹੋ ਜਿਹੇ ਬਲੌਕ ਜਿਹੜਾ ਹੈਗਾ ਉਸਨੂੰ ਅਸੀਂ ਇੱਕ ਸਪੈਸ਼ਲ ਨਾਮ ਦਿੰਦੇ ਹੈ, ਉਸਨੂੰ ਬੋਲਿਆ ਜਾਂਦਾ ਹੈ ਜੈਨੇਸਿਸ ਬਲੌਕ, ਕਿਉਂਕਿ ਉੱਥੇ ਤੋਂ ਸਟਾਰਟਿੰਗ ਹੋ ਰਹੀ ਹੈ ਨਾ, ਜੈਨੇਸਿਸ ਬਲੌਕ, GENESIS, ਠੀਕ ਹੈ। ਸੋ ਇਹ ਕਿਉਂ ਹੁੰਦਾ ਹੈ? ਤਾਂ ਕਿ ਅਸੀਂ ਜੋ ਹਿਸਟਰੀ ਵਗੈਰਾ ਹੈਗੀ ਹੈ ਬਲੌਗਸ ਦੀ ਉਹ ਟਰੈਕ ਕਰ ਸਕਦੇ ਹਾਂ। ਕਿਉਂਕਿ ਦੇਖੋ ਨਾ, ਪ੍ਰੀਵੀਅਸ ਜਿਹੜਾ ਆਪਣਾ ਹੈਸ਼ ਔਰ ਪ੍ਰੀਵੀਅਸ ਬਾਕਸ ਦਾ ਜਿਹੜਾ ਬਲੌਕ ਦਾ ਜਿਹੜਾ ਹੈਸ਼ ਹੈ ਉਹ ਆਪਸ 'ਚ ਲਿੰਕ ਹੈ। ਤਾਂ ਤੁਸੀਂ ਇਸ ਹੈਸ਼ ਦੇ ਵਿੱਚ ਕੋਈ ਵੀ ਅਗਰ ਜਾਂ ਡਾਟਾ ਦੇ ਨਾਲ ਟੈਂਪਰਿੰਗ ਕਰੋਗੇ ਤਾਂ ਇਹਦਾ ਆਟੋਮੈਟਿਕਲੀ ਹੈਸ਼ ਚੇਂਜ ਹੋ ਜਾਊਗਾ। ਇਹਦਾ ਹੈਸ਼ ਚੇਂਜ ਹੋ ਗਿਆ ਤਾਂ ਇਹਦਾ ਹੈਸ਼ ਜਿਹੜਾ ਹੈਗਾ ਨਾ ਉਹ ਅਗਲੇ ਵਾਲੇ ਬਲੌਕ ਦੇ ਵਿੱਚ ਐਜ਼ ਅ ਪ੍ਰੀਵੀਅਸ ਹੈਸ਼ ਲਿਖਿਆ ਹੋਇਆ ਅਤੇ ਉਹਦੇ ਵਿੱਚ ਵੀ ਚੇਂਜਿੰਗ ਆ ਜੂਗੀ, ਠੀਕ ਹੈ। ਸੋ ਇਸ ਕਰਕੇ ਡਾਟਾ ਟੈਂਪਰਿੰਗ ਜਿਹੜੀ ਹੈਗੀ ਉਹ ਇੰਨੀ ਈਜ਼ੀ ਨਹੀਂ ਹੈ, ਇਟਸ ਨੈਕਸਟ ਟੂ ਇੰਪੋਸੀਬਲ।
अगर ਤੁਹਾਨੂੰ ਇੱਥੇ ਨਹੀਂ ਸਮਝ ਆਈ ਨਾ, ਡੋਂਟ ਵਰੀ, ਅੱਗੇ ਮੈਂ ਡਾਇਗਰਾਮ ਦਿੱਤਾ ਹੋਇਆ, ਮੈਂ ਉਹਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿੰਦੀ ਹਾਂ, ਠੀਕ ਹੈ। ਸੋ ਤੁਸੀਂ ਉਰੇ ਦੇਖ ਸਕਦੇ ਹੋ ਕਿ ਬਹੁਤ ਸਾਰੀ ਜਿਹੜੀ ਸਿਕਿਉਰਿਟੀ ਲੇਅਰਸ ਹੈ ਬਲੋਕਚੇਨ ਦੇ ਵਿੱਚ ਉਹ ਇੰਪਲੀਮੈਂਟ ਕਰੀਆਂ ਗਈਆਂ ਨੇ, ਠੀਕ ਹੈ। ਅਗਰ ਅਸੀਂ ਕੋਈ ਵੀ ਡਾਟਾ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਤਾਂ ਹੈਸ਼ ਜਿਹੜਾ ਹੈ ਉਹ ਚੇਂਜ ਹੋ ਜਾਂਦਾ ਉਸਦਾ, ਔਰ ਅਗਰ ਹੈਸ਼ ਚੇਂਜ ਹੋ ਗਿਆ ਤਾਂ ਮਤਲਬ ਨੈਕਸਟ ਬਲੋਕ ਦਾ ਵਿੱਚ ਇਰਰੈਲੀਵੈਂਟ ਇਨਫੋ ਆ ਗਈ, ਇਰਰੈਲੀਵੈਂਟ ਹੈਸ਼ ਆ ਗਿਆ ਪਿਛਲੇ ਵਾਲੇ ਦਾ, ਠੀਕ ਹੈ। ਸੋ ਉਸੇ ਨੈਕਸਟ ਦੇ ਵਿੱਚ ਵੀ ਇੱਦਾਂ ਹੀ ਹੋਊਗਾ ਕਿ ਗਲਤ ਹੈਸ਼ ਆ ਜਾਊਗਾ ਅਤੇ ਪਤਾ ਲੱਗ ਜੂਗਾ ਕਿ ਕਿਹੜੇ ਬਲੋਕ ਤੋਂ ਇਹ ਸਟਾਰਟਿੰਗ ਹੋਈ ਸੀ, ਕਿੱਥੇ ਡਾਟਾ ਟੈਂਪਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਠੀਕ ਹੈ। ਤਾਂ ਜਦੋਂ ਵੀ ਚੇਨ ਦੇ ਅੰਦਰ ਕੋਈ ਵੀ ਚੇਂਜ ਹੋਊਗਾ ਤਾਂ ਉਹਦੇ ਅਗਲੇ ਵਾਲਾ ਜੋ ਡਾਟਾ ਹੈ ਉਹ ਆਪਣੇ ਆਪ ਹੀ ਇਨਵੈਲਿਡ ਹੋ ਜਾਊਗਾ, ਠੀਕ ਹੈ। ਸੋ ਇਸ ਲਈ ਅਸੀਂ ਬੋਲਦੇ ਹਾਂ ਕਿ ਅਗਰ ਅਸੀਂ ਇੱਦਾਂ ਬੋਲਦੇ ਹਾਂ ਨਾ ਕਿ ਜਿਵੇਂ ਕਈਆਂ ਦੇ ਮਾਇੰਡ 'ਚ ਇੱਦਾਂ ਹੀ ਗੱਲ ਆਈ ਹੋਊਗੀ, ਕੋਈ ਚੱਕਰ ਨਹੀਂ ਫਿਰ ਤਾਂ ਅਸੀਂ ਸਾਰਿਆਂ ਦਾ ਹੈਸ਼ ਚੇਂਜ ਕਰ ਦਾਂਗੇ, ਇਹ ਐਕਚੁਅਲੀ ਪੋਸੀਬਲ ਹੀ ਨਹੀਂ ਹੈ। ਬਿਕੋਜ਼ ਹੈਸ਼ ਚੇਂਜ ਕਰਨਾ ਇਟਸ ਟਾਈਮ ਕੰਜ਼ਿਊਮਿੰਗ ਪ੍ਰੋਸੈਸ, ਇਹਦੇ 'ਚ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ। ਇਵਨ ਇਨ ਬਿਟਕੋਇਨ ਦੇਖੋ, ਅਗਰ ਤੁਸੀਂ ਐਗਜ਼ਾਮਪਲ ਲਓਗੇ ਇੱਕ ਬਲੋਕ ਚੇਂਜ ਕਰਨ ਦੇ ਵਿੱਚ, ਠੀਕ ਹੈ, ਬਿਟਕੋਇਨ ਦਾ ਇੱਕ ਬਲੋਕ ਚੇਂਜ ਕਰਨ ਦੇ ਵਿੱਚ 10 ਮਿੰਟਸ ਲੱਗਦੇ ਹੈ। ਤਾਂ ਸੋਚ ਲਓ ਇੱਦਾਂ ਦੇ ਕਿੰਨੇ ਬਲੋਕਸ ਜੁੜੇ ਹੋਣਗੇ। ਅਗਰ ਮੰਨ ਲਓ ਕਿ 2-3 ਕਰੋੜ ਜੁੜੇ ਹੋਏ ਆ ਤਾਂ ਤੁਹਾਨੂੰ 500-600 ਸਾਲ ਲੱਗ ਜਾਣੇ ਉਹਦੇ ਅਕੋਰਡਿੰਗਲੀ, ਠੀਕ ਹੈ। ਤਾਂ ਹੁਣ ਕੀ ਹੁੰਦਾ ਹੈ, ਜੋ ਨੈਟਵਰਕ ਦੇ ਅੰਦਰ ਜਿੰਨੇ ਵੀ ਲੋਕ ਹੁੰਦੇ ਆ ਨਾ, ਜਿੰਨੇ ਵੀ ਕੰਪਿਊਟਰਸ ਆਪਸ 'ਚ ਜੁੜੇ ਹੋਏ ਹੁੰਦੇ ਆ, ਯੂਜ਼ਰਸ ਆਪਸ 'ਚ ਜੁੜੇ ਹੋਏ ਹੁੰਦੇ ਆ, ਹਰ ਇੱਕ ਕੋਲ ਨਾ ਬਲੋਕ ਚੇਨ ਦੀ ਕਾਪੀ ਹੁੰਦੀ ਹੈ। ਸੋ ਅਗਰ ਤੁਸੀਂ ਕੋਈ ਵੀ ਚੇਂਜ ਕਰਨਾ ਚਾਹੁੰਦੇ ਹੋ ਇੱਕ ਕਾਪੀ ਦੇ ਵਿੱਚ, ਤੁਸੀਂ ਨਹੀਂ ਕਰ ਸਕਦੇ। ਤੁਸੀਂ ਅਗਰ ਤੁਸੀਂ ਇੱਕ ਚੀਜ਼ ਇਹ ਕਰ ਸਕਦੇ ਹੋ ਕਿ ਤੁਸੀਂ ਅਗਰ ਤੁਸੀਂ ਮੰਨ ਲਓ ਕਿ ਆਪਣੇ ਬਲੋਕ ਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੋਈ ਚੇਂਜ ਕਰਨਾ ਚਾਹੁੰਦੇ ਹੋ, ਠੀਕ ਹੈ। ਤਾਂ ਪਹਿਲਾਂ ਉਹ ਚੇਂਜ ਕਰਨ ਤੋਂ ਪਹਿਲਾਂ ਤੁਹਾਨੂੰ ਉਸ ਚੀਜ਼ ਨੂੰ ਸਾਰਿਆਂ ਨਾਲ ਸ਼ੇਅਰ ਕਰਨਾ ਪਊਗਾ ਜੋ ਉਸ ਨੈਟਵਰਕ ਦੇ ਵਿੱਚ ਆਉਂਦੇ ਨੇ, ਠੀਕ ਹੈ। ਫਿਰ ਸਾਰੇ ਜਣੇ ਮਿਲ ਕੇ ਵੋਟ ਕਰਨਗੇ ਕਿ ਜਿਹੜਾ ਤੁਸੀਂ ਚੇਂਜ ਕਰ ਰਹੇ ਹੋ ਉਹ ਠੀਕ ਹੈ ਜਾਂ ਗਲਤ ਹੈ। ਅਗਰ ਤਾਂ ਚੇਂਜ ਗਲਤ ਹੈ, ਠੀਕ ਹੈ, ਠੀਕ ਨਹੀਂ ਹੈ, ਤਾਂ ਉਸਨੂੰ ਰਿਜੈਕਟ ਕਰ ਦਿੱਤਾ ਜਾਊਗਾ, ਠੀਕ ਹੈ। ਕਿਉਂਕਿ ਡਿਪੈਂਡ ਕਰਦਾ ਮੈਜੋਰਿਟੀ ਕੀ ਕਹਿੰਦੀ ਹੈ, ਠੀਕ ਹੈ। ਅਤੇ ਅਗਰ ਮੈਜੋਰਿਟੀ ਨੇ ਕਿਹਾ ਕਿ ਹਾਂ ਅਗਰ ਤੁਸੀਂ ਜੋ ਵੀ ਡਾਟਾ ਚੇਂਜ ਕਰ ਰਹੇ ਹੋ ਠੀਕ ਹੈ, ਕੋਈ ਵੀ ਉਹਨਾਂ ਨੂੰ ਸਸਪੀਸ਼ੀਅਸ ਚੀਜ਼ ਨਹੀਂ ਲੱਗੀ, ਤਾਂ ਓਬਵੀਅਸ ਹੈ ਉਹ ਤੁਹਾਨੂੰ ਕੀ ਕਰ ਦੇਣਗੇ, ਉਸ ਚੀਜ਼ ਨੂੰ ਐਕਸੈਪਟ ਕਰ ਲੈਣਗੇ, ਠੀਕ ਹੈ। ਤੋ ਇਹ ਜਿਹੜਾ ਵੋਟ ਕਰਵਾਈ ਜਾਂਦੀ ਹੈ, ਠੀਕ ਹੈ, ਜੋ ਵੀ ਵੋਟ ਕਰਵਾਈ ਜਾਂਦੀ ਹੈ ਕਿ ਵੈਦਰ ਦਾ ਡਾਟਾ ਯੂ ਆਰ ਚੇਂਜਿੰਗ ਉਹ ਠੀਕ ਹੈ ਜਾਂ ਨਹੀਂ, ਠੀਕ ਹੈ। ਉਸ ਸਿਸਟਮ ਨੂੰ ਕੀ ਬੋਲਦੇ ਹੋ, ਸਿਸਟਮ ਨੂੰ ਇੱਕ ਨਾਮ ਦਿੱਤਾ ਗਿਆ, ਇਹਨੂੰ ਬੋਲਦੇ ਹਾਂ ਕਨਸੈਂਸਸ ਰੂਲ। I'll write down here consensus rule। ਇੱਥੇ ਸੀ ਆਊਗਾ ਆਈ ਥਿੰਕ, ਠੀਕ ਹੈ। ਸੋ ਅਗਰ ਤੁਸੀਂ ਮੰਨ ਲਓ ਕਿ ਕੋਈ ਨਿਊ ਡਾਟਾ ਐਡ ਕਰਨਾ ਹੈ ਔਰ ਨਿਊ ਬਲੋਕ, ਠੀਕ ਹੈ, ਤਾਂ ਉਸ ਲਈ ਵੀ ਤੁਹਾਨੂੰ ਪਹਿਲਾਂ ਤਾਂ ਕ੍ਰੀਏਟ ਕਰਨਾ ਪੈਣਾ, ਠੀਕ ਹੈ, ਬਲੋਕ ਵਗੈਰਾ, ਉਹਦੇ ਵਿੱਚ ਵੀ 10 ਮਿੰਟਸ ਲੱਗ ਜਾਂਦੇ ਹੈ। ਆਫਟਰ ਦੈਟ ਤੁਹਾਨੂੰ ਉਸਨੂੰ ਫਿਰ ਸਾਰਿਆਂ ਨਾਲ ਮੈਂ ਉਹਦੇ ਲਿਖ ਦਿੰਦੀ ਹਾਂ, ਠੀਕ ਹੈ। ਅਗਰ ਤੁਸੀਂ ਕੋਈ ਵੀ ਨਿਊ ਡਾਟਾ ਐਡ ਕਰਨਾ ਹੈ ਜਾਂ ਨਿਊ ਬਲੋਕ ਐਡ ਕਰਨਾ ਹੈ, ਦੈਨ ਸਭ ਤੋਂ ਪਹਿਲਾਂ ਤੁਸੀਂ ਉਸਨੂੰ ਕਿਆ ਕਰੋਗੇ, ਉਸਨੂੰ ਤੁਸੀਂ ਕ੍ਰੀਏਟ ਕਰੋਗੇ, ਠੀਕ ਹੈ। ਔਰ ਉਹਦੇ ਵਿੱਚ ਕਿੰਨਾ ਟਾਈਮ ਲੱਗੂਗਾ, ਅਪਰੋਕਸ 10 ਮਿੰਟਸ ਲੱਗਣਗੇ, ਠੀਕ ਹੈ। ਦੈਨ ਉਸ ਤੋਂ ਬਾਅਦ ਤੁਸੀਂ ਉਸਨੂੰ ਕੀ ਕਰੋਗੇ, ਸ਼ੇਅਰ ਕਰੋਗੇ ਸਾਰਿਆਂ ਨਾਲ, ਠੀਕ ਹੈ, ਜੋ ਉਸ ਨੈਟਵਰਕ ਦੇ ਵਿੱਚ ਨੇ, ਠੀਕ ਹੈ, ਸ਼ੇਅਰ ਕਰੋਗੇ। ਔਰ ਅਗਰ ਮੈਜੋਰਿਟੀ ਜੋ ਹੈ ਮੰਨ ਲਓ ਕਿ 50% + 1, ਅਗਰ ਮੈਜੋਰਿਟੀ ਜੋ ਪੀਪਲ ਹੈ ਉਹ ਤੁਹਾਨੂੰ ਬੋਲ ਦਿੰਦੇ ਆ ਕਿ ਹਾਂ ਜੋ ਤੁਸੀਂ ਚੇਂਜ ਕਰ ਰਹੇ ਹੋ ਠੀਕ ਹੈ ਉਹ ਠੀਕ ਹੈ, ਦੈਨ ਤੁਹਾਡਾ ਜੋ ਡਾਟਾ ਹੈ ਜਾਂ ਜੋ ਵੀ ਤੁਸੀਂ ਬਲੋਕ ਕ੍ਰੀਏਟ ਕੀਤਾ ਹੈ ਦੈਟ ਵਿਲ ਬੀ ਐਡਿਡ ਟੂ ਦਾ ਬਲੋਕ ਚੇਨ, ਉਹ ਬਲੋਕ ਚੇਨ ਦੇ ਵਿੱਚ ਐਡ ਕਰ ਦਿੱਤਾ ਜਾਊਗਾ, ਠੀਕ ਹੈ। ਸੋ ਇੰਨਾ ਹੀ ਸੀ ਇਹਦੇ ਬਾਰੇ। ਹੁਣ ਇਹ ਵੀ ਮੈਂ ਦਿਖਾਉਂਦੀ ਹਾਂ ਤੁਹਾਨੂੰ, ਹਾਂਜੀ ਹੁਣ ਤੁਸੀਂ ਇੱਥੇ ਥੋੜ੍ਹਾ ਧਿਆਨ ਨਾਲ ਵੇਖਿਓ। ਹੁਣ ਦੇਖੋ ਕਿਸੇ ਵੀ ਬਲੋਕ ਚੇਨ ਦੇ ਵਿੱਚ, ਠੀਕ ਹੈ, ਮੈਂ ਤੁਹਾਨੂੰ ਦੱਸਿਆ ਸੀ ਕਿ ਹਰ ਇੱਕ ਬਲੋਕ ਦਾ ਕੀ ਹੁੰਦਾ ਹੈ, ਆਪਣਾ ਇੱਕ ਫਿੰਗਰਪ੍ਰਿੰਟ ਹੁੰਦਾ, ਆਪਣਾ ਇੱਕ ਹੈਸ਼ ਹੁੰਦਾ ਹੈ, ਠੀਕ ਹੈ। ਹੁਣ ਦੇਖੋ ਇਹ ਜਿਹੜਾ ਬਲੋਕ ਹੈ ਇਸ ਦਾ ਹੈਸ਼ ਦੇ ਰੱਖਿਆ ਅਤੇ ਪ੍ਰੀਵੀਅਸ ਹੈਸ਼ ਮਤਲਬ ਪੁਰਾਣੇ ਬਲੋਕ ਦਾ ਹੈਸ਼ ਜਿਹੜਾ ਇਸ ਤੋਂ ਪਿਛਲੇ ਵਾਲਾ ਸੀਗਾ। ਹੁਣ ਬਲੋਕ 2 ਦੇ ਵਿੱਚ ਦੇਖੋ, ਹੁਣ ਜਿਹੜਾ ਇਹਦਾ ਇੱਕ ਆਪਣਾ ਹੈਸ਼ ਹੈ, ਆਪਣਾ ਫਿੰਗਰਪ੍ਰਿੰਟ ਹੈ ਬਲੋਕ 2 ਦਾ, ਦੈਨ ਜੋ ਪ੍ਰੀਵੀਅਸ ਹੈਸ਼ ਹੈ ਉਹ ਦੇਖੋ ਐਵੇਂ ਇੱਥੇ ਲਿਖਿਆ ਹੋਇਆ ਨਾ, ਦੈਨ ਉਸ ਤੋਂ ਬਾਅਦ ਇਹ ਵਾਲਾ ਹੈਸ਼ ਕਿੱਥੇ ਲਿਖਿਆ ਹੋਇਆ, ਇੱਥੇ ਲਿਖਿਆ ਹੋਇਆ,
ਠੀਕ ਹੈ। ਸੋ ਇਹ ਕਿਆ ਕਰ ਰਹੇ ਨੇ, ਇਹ ਆਪਸ ਦੇ ਵਿੱਚ ਇਹਨਾਂ ਕਰਕੇ ਹੀ ਕਿਆ ਹੋ ਰਹੇ ਨੇ, ਲਿੰਕ ਹੋ ਰਹੇ ਨੇ, ਠੀਕ ਹੈ। ਤੋ ਹੁਣ ਕੀ ਹੁੰਦਾ, ਮੰਨ ਲਓ ਕਿ ਅਗਰ ਤੁਸੀਂ ਡਾਟਾ ਟੈਂਪਰਿੰਗ ਕਰਦੇ ਹੋ, ਠੀਕ ਹੈ, ਜਸਟ ਅ ਮੋਮੈਂਟ, ਹਾਂਜੀ ਨੈਕਸਟ ਸਲਾਈਡ 'ਤੇ ਆ ਜਾਓ। ਹੁਣ ਦੇਖੋ, ਹੁਣ ਪਹਿਲਾਂ ਹੀ ਦੇਖੋ ਕਿ ਹੈਸ਼ ਦਿੱਤੇ ਹੋਏ ਨੇ, ਠੀਕ ਹੈ। ਹੁਣ ਇਹਦੇ ਵਿੱਚ ਦੇਖੋ, ਇਹਦਾ ਆਪਣਾ ਹੈਸ਼ ਹੈ, ਇਹ ਪ੍ਰੀਵੀਅਸ ਹੈਸ਼ ਹੈ। ਹੁਣ ਜਿਹੜਾ ਇਹਦਾ ਹੈਸ਼ ਸੀ, ਇਹ ਇਹਦਾ ਹੈਸ਼ ਬਣ ਗਿਆ, ਠੀਕ ਹੈ। ਹੁਣ ਦੇਖੋ ਪਹਿਲਾਂ ਕੀ ਸੀ, ਜਿਹੜਾ ਇਹਦਾ ਹੈਸ਼ ਸੀਗਾ ਆਪਣਾ, ਇਹ ਅਗਲੇ ਵਾਲੇ ਦਾ ਹੋਊਗਾ ਨਾ, ਠੀਕ ਹੈ। ਆ ਦੇਖੋ ਉਰੇ 9N5X ਜਿਹੜਾ ਸੈਕਿੰਡ ਵਾਲੇ ਦਾ ਹੈਗਾ, ਉਹੀ ਫਿਰ ਥਰਡ ਵਾਲੇ ਦਾ ਦੇਖੋ ਪ੍ਰੀਵੀਅਸ ਹੈਸ਼ 9N5X ਦਿੱਤਾ ਹੋਇਆ ਨਾ। ਹੁਣ ਮੰਨ ਲਓ ਕਿ ਤੁਸੀਂ ਇਸ ਬਲੌਕ ਦੇ ਵਿੱਚ ਕੋਈ ਕਿਆ ਕਰ ਰਹੇ ਹੋ, ਡਾਟਾ ਟੈਂਪਰ ਕਰ ਰਹੇ ਹੋ, ਛੇੜਖਾਨੀ ਕਰ ਰਹੇ ਹੋ, ਠੀਕ ਹੈ। ਤਾਂ ਹੁਣ ਇਹਦੇ ਨਾਲ ਕੀ ਹੋਊਗਾ, ਇਸਦਾ ਹੈਸ਼ ਚੇਂਜ ਹੋ ਗਿਆ, ਦੇਖੋ ਇਹਦਾ ਹੈਸ਼ ਚੇਂਜ ਹੋ ਕੇ ਕੀ ਆ ਗਿਆ, H973 ਸੌਰੀ H9C3 ਹੋ ਗਿਆ ਨਾ ਚੇਂਜ। ਸੋ ਹੁਣ ਜਿਹੜਾ ਨੈਕਸਟ ਬਲੌਕ ਦਾ ਹੈਸ਼ ਹੈ, ਠੀਕ ਹੈ, ਉਹ ਵੀ ਕਿਆ ਹੋ ਜਾਊਗਾ, ਚੇਂਜ ਹੋ ਜਾਊਗਾ। ਉਹ ਤੋਂ ਅਗਲੇ ਵਾਲੇ ਦਾ ਵੀ ਹੋ ਜਾਊਗਾ, ਉਸ ਤੋਂ ਨੈਕਸਟ ਵਾਲੇ ਦਾ ਵੀ ਹੋ ਜਾਊਗਾ। ਤਾਂ ਪੂਰੀ ਜੋ ਬਲੌਕ ਚੇਨ ਹੈ ਉਹ ਇੱਦਾਂ ਕਰਕੇ ਕਿਆ ਹੋ ਜਾਊਗੀ, ਡਿਸਰਪਟ ਹੋ ਜਾਊਗੀ, ਠੀਕ ਹੈ, ਕੰਮ ਵਿਗੜ ਜਾਣਾ ਹੈ, ਠੀਕ ਹੈ। ਸੋ ਡਾਟਾ ਟੈਂਪਰਿੰਗ ਇਸੇ ਲਈ ਬੋਲਦੇ ਆ ਕਿ ਇੱਥੇ ਨੈਕਸਟ ਟੂ ਇੰਪੋਸੀਬਲ ਹੈ, ਕਿਉਂਕਿ ਸਭ ਨੂੰ ਪਤਾ ਲੱਗ ਜੂਗਾ ਹੈਸ਼ ਚੇਂਜ ਹੋਇਆ ਤਾਂ ਮਤਲਬ ਕੋਈ ਨਾ ਕੋਈ ਛੇੜਖਾਨੀ ਹੋਈ ਹੈ। ਬਿਕੋਜ਼ ਮੈਜੋਰਿਟੀ ਦੇ ਕਨਸੈਂਸਸ ਤੋਂ ਬਿਨਾਂ, ਮੈਜੋਰਿਟੀ ਦੇ ਐਕਸੈਪਟ ਕਰੇ ਬਿਨਾਂ ਤੁਸੀਂ ਡਾਟਾ ਚੇਂਜ ਕਰ ਹੀ ਨਹੀਂ ਸਕਦੇ, ਠੀਕ ਹੈ। ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਅਤੇ ਦੂਸਰੀ ਇੱਕ ਚੀਜ਼ ਮੈਂ ਹੋਰ ਦੱਸ ਦੇਵਾਂ ਕਿ ਜੋ ਬਲੌਕ ਚੇਨ ਹੈ ਨਾ, ਲਾਈਕ ਇਹ ਇੱਕ ਸਿੰਗਲ ਕੰਪਿਊਟਰ 'ਤੇ ਨਹੀਂ ਹੁੰਦਾ, ਲਾਈਕ ਇੱਕ ਪੂਰਾ ਨੈਟਵਰਕ ਆਫ ਕੰਪਿਊਟਰਸ ਬਣਿਆ ਹੋਇਆ ਹੁੰਦਾ ਹੈ, ਠੀਕ ਹੈ। ਇੱਕ ਪੂਰਾ ਕੀ ਹੁੰਦਾ ਹੈ, ਨੈਟਵਰਕਸ ਆਫ ਕੰਪਿਊਟਰ, ਠੀਕ ਹੈ। ਬਹੁਤ ਸਾਰੇ ਜੋ ਕੰਪਿਊਟਰਸ ਹੁੰਦੇ ਨੇ ਉਹ ਆਪਸ ਦੇ ਵਿੱਚ ਕਨੈਕਟ ਹੁੰਦੇ ਨੇ, ਠੀਕ ਹੈ। ਇਹ ਆਪਸ ਦੇ ਵਿੱਚ ਲਾਈਕ ਕੀ ਹੁੰਦੇ ਨੇ, ਕਨੈਕਟ ਹੁੰਦੇ ਨੇ, ਠੀਕ ਹੈ। ਤੋ ਐਵਰੀ ਪਾਰਟੀਸਪੈਂਟ, ਹਰ ਪਾਰਟੀਸਪੈਂਟ ਕੋਲ ਕੀ ਹੁੰਦੀ ਹੈ, ਕਾਪੀ ਹੁੰਦੀ ਹੈ ਬਲੌਕ ਚੇਨ ਦੀ, ਠੀਕ ਹੈ। ਸੋ ਉਰੇ ਕੋਈ ਵੀ ਇੱਕ ਸਿੰਗਲ ਸੈਂਟਰਲ ਅਥੋਰਿਟੀ ਨਹੀਂ ਹੈ, ਬਟ ਨੈਟਵਰਕ ਆਫ ਕੰਪਿਊਟਰਸ ਦੈਟ ਮੈਨੇਜਿਸ ਦੀ ਹੋਲ ਡਾਟਾ, ਠੀਕ ਹੈ। ਪੀਪਲ ਜੋ ਅਟੈਚ ਹੁੰਦੇ ਨੇ ਇਸ ਬਲੌਕ ਚੇਨ ਨੈਟਵਰਕ ਦੇ ਨਾਲ ਆਪਣੇ ਕੰਪਿਊਟਰ ਦੇ ਥਰੂ, ਉਹਨਾਂ ਨੂੰ ਅਸੀਂ ਇੱਕ ਨਾਮ ਦਿੰਦੇ ਨੇ, ਉਹਨਾਂ ਨੂੰ ਬੋਲਦੇ ਆ ਨੋਡਸ। ਤਾਂ ਤੁਸੀਂ ਉਰੇ ਦੇਖ ਸਕਦੇ ਹੋ, ਇਹ ਵੀ ਇੱਕ ਨੋਡ ਹੈ, ਠੀਕ ਹੈ, ਇਹ ਵੀ ਇੱਕ ਨੋਡ ਹੈ, NODES, ਠੀਕ ਹੈ। ਹੁਣ ਜਿਹੜੀ ਇਹਨਾਂ 'ਚ ਕੁਛ ਨੋਡਸ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਮਾਈਨਰਸ ਵੀ ਬੋਲਦੇ ਹਾਂ, ਠੀਕ ਹੈ। ਮੈਂ ਉਰੇ ਲਿਖ ਦਿੰਦੀ ਹਾਂ ਪਹਿਲੀ ਗੱਲ ਤਾਂ ਕਿ ਇਹ ਤੁਸੀਂ ਲਾਈਨ ਲਿਖ ਲਓ ਕਿ ਪੀਪਲ ਅਟੈਚਡ ਟੂ ਦਿਸ ਬਲੌਕ ਚੇਨ ਨੈਟਵਰਕ ਇਨ ਦੇਅਰ ਕੰਪਿਊਟਰਸ ਦੇ ਆਰ ਕਾਲਡ ਨੋਡਸ। ਉਹਨਾਂ ਨੂੰ ਕੀ ਬੋਲਦੇ ਆ, ਨੋਡਸ। ਇੱਕ ਸੈਕਿੰਡ, NODES, ਨੋਡਸ, ਠੀਕ ਹੈ। ਔਰ ਜੋ ਕੁਛ ਨੋਡਸ ਹੁੰਦੀਆਂ ਨੇ ਉਹਨਾਂ 'ਚ ਸਾਰੀਆਂ ਨਹੀਂ, ਕੁਛ ਨੋਡਸ, ਠੀਕ ਹੈ, ਉਹਨਾਂ ਨੂੰ ਅਸੀਂ ਬੋਲ ਦਿੰਦੇ ਹੈ ਮਾਈਨਰਸ, MINERS, ਠੀਕ ਹੈ। ਅਤੇ ਇੱਕ ਸੈਕਿੰਡ, ਹਾਂਜੀ ਮਾਈਨਰਸ ਬੋਲ ਦਿੰਦੇ ਨੇ। ਤਾਂ ਜਦੋਂ ਵੀ ਕੋਈ ਨਿਊ ਡਾਟਾ ਐਡ ਹੁੰਦਾ ਹੈ ਬਲੌਕ ਚੇਨ ਦੇ ਵਿੱਚ, ਇਹ ਮਾਈਨਰਸ ਹੀ ਕਿਆ ਕਰਦੇ ਨੇ, ਉਸਨੂੰ ਵੈਰੀਫਾਈ ਕਰਦੇ ਨੇ ਕਿ ਵੈਦਰ ਦਾ ਪਰਸਨ ਹੂ ਇਜ਼ ਐਡਿੰਗ ਦਾ ਡਾਟਾ ਇਜ਼ ਰਾਈਟ ਔਰ ਰੋਂਗ, ਠੀਕ ਹੈ। ਔਰ ਇਫ ਐਨੀ ਟੈਂਪਰਿੰਗ ਇਜ਼ ਬੀਇੰਗ ਡਨ, ਇਹ ਸਾਰਾ ਕੁਛ ਇਹ ਮਾਈਨਰਸ ਹੀ ਚੈੱਕ ਕਰਦੇ ਨੇ। ਸੋ ਕੋਈ ਵੀ ਜੋ ਕੰਪਿਊਟਰ ਅਟੈਚਡ ਹੁੰਦਾ ਇਸ ਨੈਟਵਰਕ ਦੇ ਵਿੱਚ, ਠੀਕ ਹੈ, ਉਹ ਦੇਖ ਸਕਦਾ ਹੈ ਕਿ ਕੀ ਨਇਆ ਬਲੌਕ ਜਿਹੜਾ ਹੈਗਾ ਉਹ ਐਡ ਹੋ ਰਿਹਾ ਹੈ, ਠੀਕ ਹੈ। ਤੋਂ ਮਤਲਬ ਇਹਦੇ ਵਿੱਚ ਕੋਈ ਥਰਡ ਪਾਰਟੀ ਦੀ ਇਨਵੋਲਵਮੈਂਟ ਨਹੀਂ ਹੁੰਦੀ ਹੈਗੀ। ਇੱਥੇ ਸਾਰਾ ਕੁਛ ਕੌਣ ਵੇਖ ਰਿਹਾ, ਸਾਰੇ ਯੂਜ਼ਰਸ ਵੇਖ ਰਹੇ ਨੇ, ਠੀਕ ਹੈ। ਇਹਦਾ ਉੱਦਾਂ ਦਾ ਸਿਸਟਮ ਨਹੀਂ ਹੈਗੀ, ਜਿਵੇਂ ਤੁਹਾਨੂੰ ਪਤਾ ਹੈ ਨਾ ਕਿ ਜਿਵੇਂ ਇੱਕ ਸੈਂਟਰਲ ਅਥੋਰਿਟੀ ਹੁੰਦੀ ਹੈ ਨੋਰਮਲੀ ਹਰ ਚੀਜ਼ ਦੇ ਵਿੱਚ, ਠੀਕ ਹੈ। ਇਸਨੂੰ ਅਸੀਂ ਡੀਸੈਂਟਰਲਾਈਜ਼ਡ ਮੈਨਰ 'ਚ ਤਾਂ ਹੀ ਬੋਲ ਰਹੇ ਹਾਂ ਨਾ ਬਲੌਕ ਚੇਨ ਟੈਕਨੋਲੋਜੀ ਨੂੰ, ਕਿ ਇਹ ਜੋ ਇਨਫੋਰਮੇਸ਼ਨ ਸਟੋਰ ਕਰਦੀ ਹੈ ਕਿਹੜੇ ਮੈਨਰ 'ਚ ਸਟੋਰ ਕਰਦੀ ਹੈ, ਡੀਸੈਂਟਰਲਾਈਜ਼ਡ। ਡੀਸੈਂਟਰਲਾਈਜ਼ ਦਾ ਮਤਲਬ ਹੀ ਹੁੰਦਾ ਹੈ ਕਿ ਕੋਈ ਸੈਂਟਰਲ ਅਥੋਰਿਟੀ ਨਹੀਂ ਹੁੰਦੀ ਜੋ ਡਾਟਾ ਇਨਫੋਰਮੇਸ਼ਨ ਨੂੰ ਕੰਟਰੋਲ ਕਰੇ। ਜਿਵੇਂ ਫੋਰ ਐਗਜ਼ਾਮਪਲ ਅਸੀਂ RBI ਦੀ ਗੱਲ ਕਰਦੇ ਹਾਂ, ਹੁਣ ਜੋ ਵੀ ਨੋਟਸ ਵਗੈਰਾ ਛਾਪੇ ਜਾਂਦੇ ਨੇ, ਤੁਹਾਨੂੰ ਪਤਾ ਹੈ ਕੌਣ ਛਾਪਦਾ ਹੈ, RBI ਛਾਪਦੀ ਹੈ, ਠੀਕ ਹੈ। RBI ਗਰੰਟੀ ਦਿੰਦੀ ਹੈ ਉਸ ਚੀਜ਼ ਦੀ। ਅਗਰ ਕਿਸੇ ਨੋਟ ਦੇ ਉੱਪਰ ਕੋਈ ਪਰਟੀਕੂਲਰ ਵੈਲਿਊ ਲਿਖੀ ਹੋਈ ਹੈ, ਉਸਦਾ ਮਤਲਬ ਕਿ RBI ਆਪਣੀ ਤਰਫ ਤੋਂ ਉਸ ਚੀਜ਼ ਦੀ ਰਿਸਪੋਂਸੀਬਿਲਿਟੀ ਲੈ ਰਹੀ ਹੈ ਕਿ ਹਾਂ ਇਹ ਜੋ ਅਮਾਊਂਟ ਲਿਖੀ ਹੋਈ ਹੈ ਇਹ ਨੋਟ ਇਸੇ ਅਮਾਊਂਟ ਦਾ ਹੈ, ਨਾ ਇਸ ਤੋਂ ਜ਼ਿਆਦਾ ਦਾ ਹੈ ਨਾ ਇਸ ਤੋਂ ਘੱਟ ਦਾ ਹੈ, ਠੀਕ ਹੈ। ਇੰਡੀਅਨ ਜੋ ਰੁਪੀ ਹੈ ਜਾਂ ਨੋਟਸ ਵਗੈਰਾ ਹੁੰਦੇ ਨੇ
ਇਹਨਾਂ ਨੂੰ ਕਿੱਦਾਂ ਛਾਪਣਾ ਹੈ ਅਤੇ ਕਿੰਨਾ ਛਾਪਣਾ ਹੈ, ਘੱਟ ਛਾਪਣਾ ਹੈ, ਜ਼ਿਆਦਾ ਛਾਪਣਾ ਹੈ, ਠੀਕ ਹੈ। ਇਹ ਸਾਰਾ ਕੁਛ ਕੌਣ ਡਿਸਾਈਡ ਕਰਦਾ ਹੈ? ਦੈਟ ਇਜ਼ ਡਿਸਾਈਡਡ ਬਾਈ ਦਾ RBI। RBI ਇਜ਼ ਦਾ ਸੈਂਟਰਲ ਅਥੋਰਿਟੀ। ਬਟ ਬਲੋਕਚੇਨ ਟੈਕਨੋਲੋਜੀ ਦੇ ਵਿੱਚ ਇੱਦਾਂ ਕੋਈ ਵੀ ਸੈਂਟਰਲ ਅਥੋਰਿਟੀ ਨਹੀਂ ਹੁੰਦੀ, ਠੀਕ ਹੈ। ਜਿਵੇਂ ਕਿ ਕਰੰਸੀ ਹੋ ਗਈ ਲਾਈਕ ਬਿਟਕੋਇਨ, ਇਹਨਾਂ ਨੂੰ ਵੀ ਕੋਈ ਵੀ ਏਜੰਸੀ ਕੰਟਰੋਲ ਨਹੀਂ ਕਰਦੀ, ਕਿਉਂਕਿ ਬਿਟਕੋਇਨ ਇਜ਼ ਆਲਸੋ ਬੇਸਡ ਔਨ ਬਲੋਕਚੇਨ ਟੈਕਨੋਲੋਜੀ, ਇਹ ਵੀ ਉਸੇ 'ਤੇ ਬੇਸ ਕਰਦਾ ਹੈ, ਠੀਕ ਹੈ। ਤੋ ਇਹ ਚੀਜ਼ ਜਿਹੜੀ ਹੈਗੀ ਹੈ ਤੁਸੀਂ ਯਾਦ ਰੱਖਣੀ ਹੈ, ਠੀਕ ਹੈ। ਦੇਖੋ ਵੈਸੇ ਤਾਂ ਨਾ ਬਲੋਕਚੇਨ ਟੈਕਨੋਲੋਜੀ, ਹਾਂ ਮੈਂ ਮੰਨਦੀ ਹਾਂ ਕਿ ਕਾਫੀ ਟੈਕਨੀਕਲ ਕੰਸੈਪਟ ਹੈਗਾ ਇਹ, ਬਟ ਅਕੋਰਡਿੰਗ ਟੂ IAS ਪ੍ਰੀਲਿਮਸ ਸਿਲੇਬਸ ਔਰ ਐਨੀ ਗਵਰਨਮੈਂਟ ਐਗਜ਼ਾਮ, ਠੀਕ ਹੈ, ਆਫ ਐਨੀ ਸਟੇਟ, ਉਹਦੇ ਵਿੱਚ ਤੁਹਾਨੂੰ ਟੈਕਨੀਕੈਲਿਟੀ ਨਹੀਂ ਪੁੱਛੀਆਂ ਜਾਂਦੀਆਂ ਨੇ, ਤੁਹਾਨੂੰ ਬੇਸਿਕ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ, ਅਤੇ ਉਸ ਦੇ ਅਕੋਰਡਿੰਗਲੀ ਅਸੀਂ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ, ਮੋਰ ਦੈਨ ਇਨਫ ਇਨਫੋਰਮੇਸ਼ਨ ਅਸੀਂ ਗੈਦਰ ਕਰ ਲਈ ਹੈ, ਠੀਕ ਹੈ। ਸੋ ਹੁਣ ਅਸੀਂ ਅੱਗੇ ਡਿਸਕਸ ਕਰਦੇ ਹਾਂ। ਹਾਂਜੀ, ਇਹ ਇੱਕ ਵਾਰ ਤੁਸੀਂ ਦੇਖ ਲਓ ਵੈਸੇ ਕਿ ਅਗਰ ਮੰਨ ਲਓ ਕਿ ਕੋਈ ਟ੍ਰਾਂਜੈਕਸ਼ਨ ਕੈਰੀ ਆਊਟ ਕਰੀ ਜਾ ਰਹੀ ਹੈ ਬਲੋਕਚੇਨ ਦੇ ਵਿੱਚ, ਤਾਂ ਉਹ ਕਿੱਦਾਂ ਹੁੰਦੀ ਹੈ। ਸਭ ਤੋਂ ਪਹਿਲਾਂ ਮੰਨ ਲਓ ਕਿ ਕੋਈ ਟ੍ਰਾਂਜੈਕਸ਼ਨ ਰਿਕੁਐਸਟ ਕਰੀ ਗਈ ਹੈ, ਠੀਕ ਹੈ। ਹੁਣ ਓਬਵੀਅਸ ਹੈ ਕਿ ਉਹ ਇੱਕ ਬਲੋਕ ਉਸਨੂੰ ਰਿਪਰੈਜ਼ੈਂਟ ਕਰੂਗਾ, ਤਾਂ ਕਿਉਂਕਿ ਇੱਕ ਟ੍ਰਾਂਜੈਕਸ਼ਨ ਕ੍ਰੀਏਟ ਹੋਈ ਹੈ ਨਾ, ਤਾਂ ਓਬਵੀਅਸ ਉਹ ਕਿਤੇ ਨਾ ਕਿਤੇ ਤੋਂ ਸਟੋਰ ਹੋਊਗੀ ਹੈ ਨਾ, ਤਾਂ ਇੱਕ ਬਲੋਕ ਉਹਦੇ ਲਈ ਬਣਾ ਦਿੱਤਾ ਜਾਂਦਾ ਹੈ। ਹੁਣ ਇਹ ਬਲੋਕ ਜਿਹੜਾ ਹੈ ਐਵਰੀ ਨੋਡ, ਮੈਂ ਦੱਸਿਆ ਸੀ ਨਾ ਕਿ ਕੰਪਿਊਟਰ ਜੋ ਨੈਟਵਰਕ ਹੁੰਦਾ ਪੂਰਾ, ਉਹਦੇ ਵਿੱਚ ਜੋ ਵੀ ਇਨਵੋਲਵ ਹੁੰਦਾ ਸਾਰਿਆਂ ਨੂੰ ਨੋਡਸ ਬੋਲਦੇ ਨੇ। ਤਾਂ ਹੁਣ ਜਿਹੜਾ ਬਲੋਕ ਆ ਉਹ ਹਰ ਇੱਕ ਨੋਡ ਕੋਲ ਪਹੁੰਚ ਗਿਆ, ਠੀਕ ਹੈ, ਮਤਲਬ ਹਰ ਇੱਕ ਪਾਰਟੀਸਪੈਂਟ ਕੋਲ ਪਹੁੰਚ ਗਿਆ ਇਸ ਨੈਟਵਰਕ 'ਚ। ਹੁਣ ਇਹ ਸਾਰੇ ਨੋਡਸ ਮਿਲ ਕੇ ਇਸ ਟ੍ਰਾਂਜੈਕਸ਼ਨ ਨੂੰ ਜੋ ਕਿ ਹੋਈ ਆ ਉਸਨੂੰ ਵੈਲੀਡੇਟ ਕਰੂੰਗੇ ਕਿ ਕੋਈ ਗਲਤ ਟ੍ਰਾਂਜੈਕਸ਼ਨ ਤਾਂ ਨਹੀਂ ਹੈ, ਸਭ ਕੁਛ ਠੀਕ ਹੈ ਨਾ, ਠੀਕ ਹੈ। ਦੈਨ ਉਸ ਤੋਂ ਬਾਅਦ ਮੰਨ ਲਓ ਕਿ ਇਹਨਾਂ ਨੇ ਵੈਲੀਡੇਟ ਕਰਤਾ, ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾ ਤੁਸੀਂ ਦੇਖੋਗੇ ਟ੍ਰਾਂਜੈਕਸ਼ਨ ਇਜ਼ ਕੰਪਲੀਟ, ਟ੍ਰਾਂਜੈਕਸ਼ਨ ਕੰਪਲੀਟ ਹੋ ਜਾਂਦੀ ਹੈ। ਫਿਰ ਜਿਹੜੀ ਇਹ ਅਪਡੇਟ, ਜੋ ਵੀ ਇਹ ਟ੍ਰਾਂਜੈਕਸ਼ਨ ਕੰਪਲੀਟ ਹੋਈ ਹੈ ਇਸ ਚੀਜ਼ ਦੀ ਅਪਡੇਟ ਨੈਟਵਰਕ ਦੇ ਵਿੱਚ ਸਾਰਿਆਂ ਨੂੰ ਡਿਸਟਰੀਬਿਊਟ ਕਰ ਦਿੱਤੀ ਜਾਂਦੀ ਹੈ। ਫਿਰ ਉਸ ਬਲੋਕ ਨੂੰ ਐਡ ਕਰ ਲਿੱਤਾ ਜਾਂਦਾ ਹੈ ਆਲਰੇਡੀ ਬਣੀ ਹੋਈ ਬਲੋਕਚੇਨ ਦੇ ਵਿੱਚ, ਕਿਉਂਕਿ ਓਬਵੀਅਸ ਹੈ ਵੈਲੀਡੇਟ ਕਰਤਾ ਮਤਲਬ ਕੋਈ ਪ੍ਰੋਬਲਮ ਨਹੀਂ ਹੈ, ਤਾਂ ਓਬਵੀਅਸ ਹੈ ਬਾਕੀ ਜਦੋਂ ਬਲੋਕਸ ਬਣੇ ਹੋਏ ਨੇ ਉਹਨਾਂ ਦੇ ਵਿੱਚ ਹੀ ਉਹ ਕੀ ਹੋ ਜੂਗੀ, ਐਡ ਹੋ ਜੂਗੀ। ਔਰ ਇੱਕ ਲਾਸਟ ਪੁਆਇੰਟ ਹੈ, ਵੈਸੇ ਇੰਨਾ ਇੰਪੋਰਟੈਂਟ ਨਹੀਂ ਹੈ, ਬਟ ਤੁਸੀਂ ਇੱਦਾਂ ਯਾਦ ਰੱਖਿਓ ਕਿ ਨੋਡਸ ਜਿਹੜਾ ਇਹ ਕੰਮ ਕਰਦੀਆਂ ਨੇ ਨਾ, ਸਾਰੀ ਨੋਡਸ ਵੈਲੀਡੇਟ ਕਰਦੀਆਂ ਨੇ ਟ੍ਰਾਂਜੈਕਸ਼ਨ ਨੂੰ, ਇਹਨਾਂ ਦੇ ਕੰਮ ਲਈ ਲਾਈਕ ਕ੍ਰਿਪਟੋ ਕਰੰਸੀ ਦੇ ਫਾਰਮ ਦੇ ਵਿੱਚ ਅਵਾਰਡ ਵੀ ਕੀਤਾ ਜਾਂਦਾ ਹੈ, ਠੀਕ ਹੈ। ਸੋ ਇਹ ਸੀਗਾ ਬਲੋਕਚੇਨ ਦੀ ਟ੍ਰਾਂਜੈਕਸ਼ਨ ਕਿੱਦਾਂ ਕੈਰੀ ਆਊਟ ਕਰਨੀ ਆ, ਅਬਾਊਟ ਦੈਟ। ਸੋ ਨਾਓ ਵੀ ਗੋਨਾ ਟਾਕ ਅਬਾਊਟ ਵਾਟ ਆਰ ਦਾ ਯੂਜ਼ਸ ਆਫ ਬਲੋਕਚੇਨ। ਕੀ ਯੂਜ਼ਸ ਹੁੰਦੇ ਨੇ, ਦੇਖੋ ਸਭ ਤੋਂ ਪਹਿਲਾਂ ਈ-ਕਾਮਰਸ ਦੇ ਵਿੱਚ ਯੂਜ਼ ਕਰ ਸਕਦੇ ਹਾਂ, ਠੀਕ ਹੈ, ਬੈਂਕਿੰਗ ਦੇ ਵਿੱਚ ਯੂਜ਼ ਕਰ ਸਕਦੇ ਹਾਂ, ਐਂਟਰਟੇਨਮੈਂਟ, ਹੈਲਥ ਕੇਅਰ, ਇੰਸ਼ੋਰੈਂਸ, ਗਵਰਨਮੈਂਟ ਬੇਸ ਨੂੰ ਆਪਣੇ ਬਹੁਤ ਸਾਰੀ ਚੀਜ਼ਾਂ ਦੇ ਵਿੱਚ ਜੋ ਹੈ ਉਹ ਯੂਜ਼ ਕਰ ਸਕਦੀ ਹੈ, ਠੀਕ ਹੈ। ਹੈਲਥ ਕੇਅਰ 'ਚ ਮੈਂ ਤੁਹਾਨੂੰ ਦੱਸਿਆ ਸੀ, ਐਂਟਰਟੇਨਮੈਂਟ ਦੇਖੋ ਸਿਰਫ ਯਾਦ ਰੱਖ ਲਓ, ਜ਼ਰੂਰੀ ਨਹੀਂ ਹੈ ਤੁਹਾਨੂੰ ਦੇਖਣਾ ਕਿ ਹਾਂ ਹੈਲਥ ਕੇਅਰ 'ਚ ਵੀ ਹੁਣ ਕਿੱਥੇ ਕਿੱਥੇ ਹੈ ਨਾ, ਐਂਟਰਟੇਨਮੈਂਟ 'ਚ ਵੀ ਕਿੱਥੇ ਕਿੱਥੇ। ਮੈਂ ਤੁਹਾਨੂੰ ਦੱਸਿਆ ਆਲਰੇਡੀ ਕਿ ਇਹਦੀ ਨਾ ਬਹੁਤ ਸਾਰੀ ਐਪਲੀਕੇਸ਼ਨਸ ਨੇ, ਤੁਸੀਂ ਹਰ ਚੀਜ਼ ਨਹੀਂ ਪੜ੍ਹ ਸਕਦੇ, ਠੀਕ ਹੈ। ਹਾਂ ਅਗਰ ਤੁਸੀਂ ਐਕਸਟਰਾ ਨੌਲੇਜ ਗੇਨ ਕਰਨੀ ਆ ਉਹਦੇ ਲਈ ਤੁਸੀਂ ਸਪੈਸੀਫਿਕਲੀ ਇਹਨੂੰ ਵੇਖ ਸਕਦੇ ਹੋ, ਬਟ ਨੋਰਮਲੀ ਤੁਸੀਂ ਯਾਦ ਰੱਖਣਾ ਹੈ ਬਟ ਕਿ ਕਿੱਥੇ ਕਿੱਥੇ ਯੂਜ਼ ਹੋ ਰਹੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਬੈਨੀਫਿਟਸ ਕੀ ਆ ਬਲੋਕਚੇਨ ਟੈਕਨੋਲੋਜੀ ਦੇ। ਦੇਖੋ ਪਹਿਲੀ ਗੱਲ ਤਾਂ ਹੈਗੀ ਹੈ ਫ੍ਰੀ ਫਰੋਮ ਸੈਂਸਰਸ਼ਿਪ। ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਸੈਂਸਰਸ਼ਿਪ ਦਾ ਮਤਲਬ ਕੀ ਹੁੰਦਾ ਹੈ। ਦੇਖੋ ਸੈਂਸਰਸ਼ਿਪ ਦਾ ਮਤਲਬ ਹੁੰਦਾ ਹੈ ਕਿ ਲਾਈਕ ਜਿਵੇਂ ਕਿ ਤੁਸੀਂ ਦੇਖਿਆ ਹੋਊਗਾ ਕਿ ਗਵਰਨਮੈਂਟ ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਲਾਈਕ ਬੈਨ ਲਗਾ ਦਿੰਦੀ ਹੈ ਕਿ ਤੁਸੀਂ ਫਲਾਣੀ ਬੁੱਕ ਨਹੀਂ ਛਾਪਣੀ ਹੈਗੀ, ਤੁਸੀਂ ਇਹ ਫਿਲਮ ਦੇ ਵਿੱਚ ਇਹ ਸੀਨ ਨਹੀਂ ਲਾਂਚ ਕਰ ਸਕਦੇ, ਤੁਸੀਂ ਇਹ ਮਿਊਜ਼ਿਕ ਨਹੀਂ ਲਾਂਚ ਕਰ ਸਕਦੇ। ਸੋ ਉਸੇ ਨੂੰ ਬੋਲਦੇ ਆ ਸੈਂਸਰਸ਼ਿਪ ਲਗਾਉਣੀ, ਠੀਕ ਹੈ। ਸੋ ਬਲੋਕਚੇਨ ਟੈਕਨੋਲੋਜੀ ਇਜ਼ ਫ੍ਰੀ ਫਰੋਮ ਸੈਂਸਰਸ਼ਿਪ, ਠੀਕ ਹੈ, ਬਿਕੋਜ਼ ਇਸ ਦੇ ਵਿੱਚ ਕਿਸੇ ਵੀ ਇੱਕ ਸਿੰਗਲ ਪਾਰਟੀ ਦਾ ਕੰਟਰੋਲ ਨਹੀਂ ਹੁੰਦਾ ਹੈਗਾ, ਠੀਕ ਹੈ। ਸੋ no single authority can interrupt the operations of the network, so that's why it is free from censorship, ਠੀਕ ਹੈ। ਕੋਈ ਇੱਕ ਸਿੰਗਲ ਅਥੋਰਿਟੀ ਨਹੀਂ ਇੰਟਰਪਟ ਕਰ ਸਕਦੀ ਇਹ ਬਲੋਕਚੇਨ ਟੈਕਨੋਲੋਜੀ ਨੇ ਕਿ ਆ ਕੇ ਵਿੱਚ 'ਚ ਕੁਛ ਵੀ ਕਰ ਦੇਵੇ, ਠੀਕ ਹੈ। ਸਾਰੇ ਕਿਉਂਕਿ ਵੇਖ ਰਹੇ ਨੇ, ਸਾਰੇ ਇਨਵੋਲਵ ਹੁੰਦੇ ਨੇ। ਦੈਨ ਲੋ ਟ੍ਰਾਂਜੈਕਸ਼ਨ ਫੀ, ਦੇਖੋ ਨੋਰਮਲੀ ਹੁਣ ਕਿਆ ਹੁੰਦਾ, ਦੇਖੋ ਜਿਵੇਂ ਕਿ ਮੈਂ ਤੁਹਾਨੂੰ ਦੱਸਦੀ ਹਾਂ ਕਿ ਫੋਰ ਐਗਜ਼ਾਮਪਲ ਕਿ ਜਿਵੇਂ ਅਸੀਂ ਬੈਂਕ ਦੇ ਵਿੱਚ ਕੋਈ ਟ੍ਰਾਂਜੈਕਸ਼ਨ ਕਰਦੇ ਹਾਂ, ਠੀਕ ਹੈ, ਤਾਂ ਬੈਂਕ ਦੇ ਵਿੱਚ ਅਗਰ ਅਸੀਂ ਕੋਈ ਟ੍ਰਾਂਜੈਕਸ਼ਨ ਕਰ ਰਹੇ ਹਾਂ ਤਾਂ ਹੁਣ ਮੰਨ ਲਓ ਕਿ ਮੈਂ ਇੰਡੀਆ ਦੇ ਵਿੱਚ ਬੈਠੀ ਹਾਂ, ਮੈਨੂੰ ਹੁਣ US ਦੇ ਵਿੱਚ ਪੈਸਾ ਭੇਜਣਾ ਹੈ, ਠੀਕ ਹੈ। ਹੁਣ ਸਭ ਤੋਂ ਪਹਿਲਾਂ ਇੰਡੀਆ ਦਾ ਬੈਂਕ ਜਿਹੜਾ ਹੈਗਾ ਉੱਥੇ ਪੈਸਾ ਭੇਜੂਗਾ, ਠੀਕ ਹੈ, ਉਸਨੂੰ ਫਿਰ ਉੱਥੇ ਕਨਵਰਟ ਕੀਤਾ ਜਾਊਗਾ ਡਾਲਰਸ ਦੇ ਵਿੱਚ, ਠੀਕ ਹੈ। ਸੋ ਇਹ ਸਾਰੀਆਂ ਪ੍ਰੋਸੈਸਿਸ ਵਗੈਰਾ ਲਈ ਜੋ ਗਵਰਨਮੈਂਟ ਹੁੰਦੀ ਹੈ ਉਹ ਕਿਆ ਕਰਦੀ ਹੈ, ਕੁਛ ਅਮਾਊਂਟ ਆਫ ਮਨੀ ਜੋ ਹੈ ਚਾਰਜ ਕਰਦੀ ਹੈ, ਠੀਕ ਹੈ। ਬਟ
ਤੁਹਾਡਾ ਇਹ ਬਲੌਕਚੇਨ ਟੈਕਨੋਲੋਜੀ, ਇਸ ਦੇ ਵਿੱਚ ਦੇਖੋ ਇੱਦਾਂ ਦਾ ਕੁਛ ਵੀ ਨਹੀਂ ਹੁੰਦਾ। ਲਾਈਕ ਵੈਸੇ ਤਾਂ ਇਨ ਸਮ ਕੇਸਿਸ ਦੇਰ ਆਰ ਨੋ ਟ੍ਰਾਂਜੈਕਸ਼ਨ ਫੀਸ, ਠੀਕ ਹੈ, ਬਟ ਜਾਂ ਕਈ ਕੇਸਿਸ ਐਸੇ ਹੁੰਦੇ ਨੇ, ਕੇਸ ਟੂ ਕੇਸ ਡਿਪੈਂਡ ਕਰਦਾ। ਕਈਆਂ ਦੇ ਵਿੱਚ ਬਹੁਤ ਅਗਰ ਹੋਊਗੀ ਵੀ ਤਾਂ ਬਹੁਤ ਹੀ ਲੈਸ ਅਮਾਊਂਟ ਆਫ ਮਨੀ ਜਿਹੜੀ ਹੈਗੀ ਆ ਤੁਹਾਡੇ ਤੋਂ ਚਾਰਜ ਕੀਤੀ ਜਾਊਗੀ, ਅਦਰਵਾਈਜ਼ ਵੈਸੇ ਬਿਲਕੁਲ ਨਹੀਂ ਹੁੰਦੀ ਹੈਗੀ, ਠੀਕ ਹੈ। ਦੈਨ ਹਾਈ ਸਿਕਿਉਰਿਟੀ, ਇਹ ਤਾਂ ਅਸੀਂ ਵੇਖ ਲਿਆ ਕਿ ਕਿੱਦਾਂ ਜੋ ਟੈਂਪਰਿੰਗ ਵਗੈਰਾ ਹੈਗੀ ਆ ਉਹ ਨਹੀਂ ਕੀਤੀ ਜਾ ਸਕਦੀ। ਸੋ ਇੱਥੇ ਬਹੁਤ ਜ਼ਿਆਦਾ ਹਾਈ ਸਿਕਿਉਰਿਟੀ ਹੁੰਦੀ ਹੈ। ਡਾਟਾ ਇਜ਼ ਇਮਿਊਟੇਬਲ, ਦੈਟ ਆਈ ਹੈਵ ਆਲਰੇਡੀ ਟੋਲਡ ਯੂ ਕਿ ਡਾਟਾ ਜੋ ਹੈਗਾ ਉਹ ਅਨਚੇਂਜਿੰਗ ਹੁੰਦਾ ਹੈ, ਤੁਸੀਂ ਉਸਨੂੰ ਚੇਂਜ ਨਹੀਂ ਕਰ ਸਕਦੇ। ਦੈਨ ਟਰਾਂਸਪੇਰੈਂਸੀ, ਕਿਤੇ ਵੀ ਕੋਈ ਵੀ ਚੇਂਜ ਤੁਸੀਂ ਕਰਦੇ ਹੋ, ਠੀਕ ਹੈ, ਤਾਂ ਉਹ ਸਭ ਜਿਹੜੇ ਯੂਜ਼ਰਸ ਇਨਵੋਲਵ ਹੁੰਦੇ ਆ ਸਭ ਨੂੰ ਦਿਖਾਈ ਦਿੰਦਾ ਹੈ। ਸੋ ਇਹ ਕੀ ਹੈ? ਟਰਾਂਸਪੇਰੈਂਸੀ ਹੀ ਹੈ, ਠੀਕ ਹੈ। ਦੈਨ ਟਰੇਸੇਬਿਲਿਟੀ, ਟਰੇਸ ਕਰ ਸਕਦੇ ਹੋ ਡਾਟਾ, ਕਿਉਂਕਿ ਸਾਰੇ ਜੋ ਬਲੌਕਸ ਹੈ ਦੇ ਆਰ ਇੰਟਰਲਿੰਕਡ ਟੂਗੈਦਰ, ਅਤੇ ਜੋ ਵੀ ਕੋਈ ਉਹਨਾਂ 'ਚ ਡਾਟਾ ਸਟੋਰ ਵਗੈਰਾ ਹੁੰਦਾ ਹੈ ਉਸਨੂੰ ਤੁਸੀਂ ਟਰੇਸ ਕਰ ਸਕਦੇ ਹੋ। ਦੈਨ ਨੋ ਥਰਡ ਪਾਰਟੀ ਇਨਵੋਲਵਮੈਂਟ, ਇਹ ਵੀ ਤੁਸੀਂ ਪੜ੍ਹ ਚੁੱਕੇ ਹੋਗੇ, ਕੋਈ ਵੀ ਥਰਡ ਪਾਰਟੀ ਬਲੌਕਚੇਨ ਟੈਕਨੋਲੋਜੀ ਨੂੰ ਰਿਕਾਰਡ ਨਹੀਂ ਕਰਦੀ। ਦੈਨ ਰੀਅਲ ਟਾਈਮ ਟਰੈਕਿੰਗ ਦੀ ਗੱਲ ਕਰਦੇ ਹਾਂ ਕਿ ਐਨੀ ਨਿਊ ਚੇਂਜ ਕੈਨ ਬੀ ਟਰੈਕਡ, ਕੋਈ ਵੀ ਨਵਾਂ ਚੇਂਜ ਹੁੰਦਾ ਉਸਨੂੰ ਤੁਸੀਂ ਟਰੈਕ ਕਰ ਸਕਦੇ ਹੋ, ਠੀਕ ਹੈ। ਸੋ ਦੈਟਸ ਆਲ ਅਬਾਊਟ ਬਲੌਕਚੇਨ ਟੈਕਨੋਲੋਜੀ, ਦੀ ਬੈਨੀਫਿਟਸ ਆਫ ਬਲੌਕਚੇਨ ਟੈਕਨੋਲੋਜੀ। ਨਾਓ ਲੈਟਸ ਗੋ ਟੂ ਦੀ ਅਨਦਰ ਸਲਾਈਡ। ਇਹਦੇ ਵਿੱਚ ਅਸੀਂ ਵੇਖਦੇ ਹਾਂ, ਜਸਟ ਅ ਮੋਮੈਂਟ, ਡਿਸਐਡਵਾਂਟੇਜਿਸ। ਦੇਖੋ ਹੁਣ ਓਬਵੀਅਸ ਹੈ, ਮੈਂ ਤੁਹਾਨੂੰ ਪਹਿਲਾਂ ਕਈ ਵਾਰ ਦੱਸ ਚੁੱਕੀ ਹਾਂ ਕਿ ਇੱਕ ਸੈਕਿੰਡ ਮੈਂ ਪਾਣੀ ਪੀ ਲਵਾਂ। ਹਾਂਜੀ, ਹੁਣ ਦੇਖੋ ਕੋਈ ਵੀ ਚੀਜ਼ ਹੁੰਦੀ ਆ ਉਹਦੇ ਪ੍ਰੋਜ਼ ਐਂਡ ਕੌਨਸੀਕੁਐਂਸਿਸ ਦੋਨੋਂ ਚੀਜ਼ਾਂ ਹੁੰਦੀਆਂ ਨੇ, ਅੱਛੀਆਂ ਵੀ ਬੁਰੀਆਂ ਵੀ। ਤਾਂ ਓਬਵੀਅਸ ਹੈ ਕਿ ਬਲੌਕਚੇਨ ਟੈਕਨੋਲੋਜੀ ਜਿਹੜੀ ਹੈਗੀ ਆ ਉਸਦੀ ਵੀ ਕੁਛ ਡਿਸਐਡਵਾਂਟੇਜਿਸ ਨੇ, ਜਿਵੇਂ ਕਿ ਹਾਈ ਐਨਰਜੀ ਕੰਜ਼ੰਪਸ਼ਨ, ਸਮ ਨੈਟਵਰਕ ਯੂਜ਼ਿਸ ਮਚ ਐਨਰਜੀ। ਦੇਖੋ ਇਹਦੇ 'ਚ ਨਾ ਬਹੁਤ ਸਾਰੇ ਜਿਹੜੇ ਨੈਟਵਰਕਸ ਹੁੰਦੇ ਨੇ ਨਾ ਉਹ ਇਨਵੋਲਵ ਹੁੰਦੇ ਨੇ, ਠੀਕ ਹੈ। ਤੁਹਾਨੂੰ ਪਤਾ ਹੈ ਕਿ ਵਰਲਡ ਵਾਈਡ ਬਹੁਤ ਸਾਰੇ ਕੰਪਿਊਟਰ ਯੂਜ਼ਰਸ ਆਪਸ ਦੇ ਵਿੱਚ ਕਨੈਕਟ ਹੁੰਦੇ ਨੇ, ਸੋ ਹਾਈ ਐਨਰਜੀ ਦੀ ਕੰਜ਼ਪਸ਼ਨ ਹੁੰਦੀ ਹੈ। ਇੱਕ ਹੋਰ ਚੀਜ਼ ਵੀ ਹੈ, ਵੈਸੇ ਉਹ ਇੰਪੋਰਟੈਂਟ ਨਹੀਂ ਹੈ ਆਈ ਥਿੰਕ ਨਾ, ਇਹਦੇ ਵਿੱਚ ਤੁਸੀਂ ਬਲੌਕਚੇਨ ਟੈਕਨੋਲੋਜੀ ਦੀ ਹੈਲਪ ਨਾਲ ਬਿਟਕੋਇਨਸ ਵਗੈਰਾ ਦੇਖੋ ਜਿੱਤਦੇ ਹੋ, ਠੀਕ ਹੈ, ਉਹ ਜਨਰੇਟ ਕਰਦੇ ਹੋ। ਅਤੇ ਜਦੋਂ ਤੁਸੀਂ ਉਹਦੇ ਲਈ ਨਾ ਤੁਹਾਨੂੰ ਲਾਈਕ ਪਜ਼ਲਸ ਵਗੈਰਾ ਦਿੱਤੇ ਜਾਂਦੇ ਹੈ, ਅਤੇ ਜੋ ਉਸ ਪਜ਼ਲ ਨੂੰ ਸਭ ਤੋਂ ਪਹਿਲਾਂ ਸੋਲਵ ਕਰਦਾ ਹੈ ਉਸਨੂੰ ਬਿਟਕੋਇਨ ਜਿਹੜਾ ਹੈਗਾ ਐਜ਼ ਅ ਰਿਵੋਰਡ ਮਿਲਦਾ ਹੈ। ਤਾਂ ਇਹ ਜੋ ਪਜ਼ਲ ਸੋਲਵ ਕਰਨੇ ਹੁੰਦੇ ਆ ਇਹ ਕਾਫੀ ਕੰਪਲੈਕਸ ਹੁੰਦੇ ਨੇ, ਇਹਦੇ ਵਿੱਚ ਬਹੁਤ ਸਾਰੇ ਲਾਈਕ ਫੋਰਮੂਲਾਜ਼ ਵਗੈਰਾ ਜਾਂ ਕਿਵੇਂ ਵੀ ਇਹ ਕਰਦੇ ਨੇ, ਥੋੜ੍ਹਾ ਜਿਹਾ ਟੈਕਨੀਕਲ ਹੈ, ਮਤਲਬ ਇਹ ਸਾਰੀਆਂ ਚੀਜ਼ਾਂ ਕਰਦੇ ਨੇ, ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਐਨਰਜੀ ਕੰਜ਼ਿਊਮ ਹੁੰਦੀ ਹੈ। ਦ ਸੈਕਿੰਡ ਥਿੰਗ ਇਜ਼ ਕਿ ਬਲੌਕਚੇਨ ਟੈਕਨੋਲੋਜੀ ਨੂੰ ਸੈੱਟ ਕਰਨਾ ਐਕਸਪੈਂਸਿਵ ਵੀ ਹੈ, ਠੀਕ ਹੈ, ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ। ਦੈਨ ਥਰਡ ਇਜ਼ ਨੋ ਰੈਗੂਲੇਸ਼ਨ। ਹੁਣ ਦੇਖੋ ਅਗਰ ਕੋਈ ਚੀਜ਼ ਨੂੰ ਕੋਈ ਰੈਗੂਲੇਟ ਨਹੀਂ ਕਰ ਰਿਹਾ, ਦੇਖੋ ਇਹ ਚੀਜ਼ ਇਸਦੀ ਅੱਛੀ ਵੀ ਹੈ ਬੁਰੀ ਵੀ ਹੈ। ਅਗਰ ਕੋਈ ਰੈਗੂਲੇਟ ਨਹੀਂ ਕਰ ਰਿਹਾ ਤਾਂ ਮਤਲਬ ਕਿਸੇ ਦੀ ਇੰਟਰਫੇਰੈਂਸ ਨਹੀਂ ਹੈ, ਠੀਕ ਹੈ, ਸਭ ਆਪਣੇ ਅਕੋਰਡਿੰਗਲੀ ਇਸ ਨੂੰ ਵੈਰੀਫਾਈ ਕਰ ਸਕਦੇ ਆ ਕਿਸੇ ਵੀ ਚੀਜ਼ ਨੂੰ। ਬਟ ਅਗਰ ਕੋਈ ਦੇਖਦਾ ਵੀ ਨਹੀਂ ਹੁੰਦਾ, ਰੈਗੂਲੇਸ਼ਨ ਵੀ ਨਹੀਂ ਕਰ ਰਿਹਾ ਹੁੰਦਾ, ਤਾਂ ਚਾਂਸਿਸ ਆਰ ਹਾਈ ਕਿ ਇਨ ਫਿਊਚਰ ਕੋਈ ਮਤਲਬ ਪ੍ਰੋਬਲਮ ਹੋ ਸਕਦੀ ਹੈ। ਤਾਂ ਫਿਰ ਕਿਹਦੇ ਕੋਲ ਜਾਊਂਗੇ, ਠੀਕ ਹੈ, ਕੋਈ ਅਥੋਰਿਟੀ ਹੈਗੀ ਹੈ ਜੋ ਜਿਸ ਦੀ ਅਕਾਊਂਟੇਬਿਲਿਟੀ ਹੋਊਗੀ। ਸੋ ਇਹ ਵੀ ਇੱਕ ਚੀਜ਼ ਹੈ, ਠੀਕ ਹੈ। ਦੈਨ ਇਸ ਦੀ ਪ੍ਰੋਗਰਾਮਿੰਗ ਵਗੈਰਾ ਕਾਫੀ ਕੰਪਲੈਕਸ ਔਰ ਚੈਲੰਜਿੰਗ ਹੁੰਦੀ ਹੈ। ਦੂਸਰਾ ਇਟ ਰਿਲਾਈਜ਼ ਔਨ ਨੈਟਵਰਕ ਇਫੈਕਟ। ਦੇਖੋ ਨੈਟਵਰਕ 'ਤੇ ਡਿਪੈਂਡ ਕਰਦਾ ਹੈ, ਤੁਸੀਂ ਜੋ ਵੀ ਬਲੌਕਚੇਨ ਦੇ ਵਿੱਚ ਕੋਈ ਵੀ ਕੰਮ ਕਰਦੇ ਹੋ, ਅਗਰ ਨੈਟਵਰਕ ਤੁਹਾਡੇ ਕੋਲ ਅੱਛਾ ਹੈ ਤਾਂ ਅੱਛੇ ਤਰੀਕੇ ਨਾਲ ਕੰਮ ਹੋਣਗੇ। ਅਗਰ ਨੈਟਵਰਕ ਤੁਹਾਡਾ ਐਵੇਂ ਦਾ ਹੀ ਹੈ ਟੁੱਟਿਆ ਫੁੱਟਿਆ, ਫਿਰ ਉਹ ਗੱਲ ਨਹੀਂ ਬਣੂਗੀ, ਠੀਕ ਹੈ। ਦੈਨ ਅਸੀਂ ਅੱਗੇ ਜਾਂਦੇ ਹਾਂ, ਇਹ ਵੀ ਐਪਲੀਕੇਸ਼ਨਸ ਹੈ, ਠੀਕ ਹੈ, ਬਲੌਕਚੇਨ ਟੈਕਨੋਲੋਜੀ ਦੀ। ਇਹ ਤੁਸੀਂ ਵੈਸੇ ਹੀ ਵੇਖ ਸਕਦੇ ਹੋ, ਮੈਂ ਜਸਟ ਸਲਾਈਡ ਉੱਦਾਂ ਹੀ ਐਡ ਕਰਤੀ। ਰੀਅਲ ਇਸਟੇਟ ਦੇ ਵਿੱਚ ਜਿਹੜਾ ਹੈਗਾ ਤੁਸੀਂ ਕੀ ਕਰ ਸਕਦੇ ਹੋ, ਇਸ ਨੂੰ ਐਡ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਵੇਖਿਆ ਹੋਊਗਾ ਕਿ ਰੀਅਲ ਇਸਟੇਟ ਦੇ ਵਿੱਚ ਅਸੀਂ ਕਿਆ ਕਰਦੇ ਹਾਂ ਕਿ ਅਗਰ ਬਾਇੰਗ ਐਂਡ ਸੈਲਿੰਗ ਕਰਦੇ ਹਾਂ, ਠੀਕ ਹੈ, ਉਹਦੇ ਜੋ ਰਿਕਾਰਡਸ ਹੈ ਉਹ ਤੁਸੀਂ ਇੱਥੇ ਸਟੋਰ ਕਰ ਸਕਦੇ ਹੋ, ਠੀਕ ਹੈ। ਔਰ ਅਗਰ ਰੀਅਲ ਇਸਟੇਟ ਦੀ ਪ੍ਰੋਪਰਟੀ ਦੇ ਰਿਗਾਰਡਿੰਗ ਕੋਈ ਵੀ ਜੋ ਹਿਸਟਰੀ ਵਗੈਰਾ ਹੈਗੀ ਹੈ ਉਸਨੂੰ ਅਸੀਂ ਕਿਆ ਕਰ ਸਕਦੇ ਹਾਂ, ਟਰੈਕ ਕਰ ਸਕਦੇ ਹਾਂ, ਠੀਕ ਹੈ। ਦੈਨ ਸਪਲਾਈ ਚੇਨ ਦੇ ਵਿੱਚ ਬਲੌਕਚੇਨ ਇੰਸ਼ੋਰ ਕਰਦੀ ਹੈ ਟਰੇਸੇਬਿਲਿਟੀ, ਇਹ ਉਹੀ ਸਾਰੀਆਂ ਚੀਜ਼ਾਂ ਨੇ, ਠੀਕ ਹੈ। ਫਰੋਡ ਵਗੈਰਾ ਰਿਡਿਊਸ ਹੋ ਜਾਂਦੇ ਆ ਇਸ ਨਾਲ। ਇੰਟਲੈਕਚੁਅਲ ਪ੍ਰੋਪਰਟੀ ਰਾਈਟਸ,
ਠੀਕ ਹੈ, ਉਹ ਦੇਖ ਸਕਦੇ ਹਾਂ ਕਿ ਇਮਿਊਟੇਬਲ ਰਿਕਾਰਡ ਹੁੰਦਾ ਹੈ, ਅਨਚੇਂਜਿੰਗ ਰਿਕਾਰਡ ਹੁੰਦਾ ਹੈ IP ਰਾਈਟਸ ਦੇ ਰਿਗਾਰਡਿੰਗ, ਠੀਕ ਹੈ। ਦੈਨ ਉਸ ਤੋਂ ਬਾਅਦ ਡਿਜੀਟਲ ਆਰਟ ਐਂਡ ਕਲੈਕਟੀਬਲਸ, ਇਹ ਵੀ ਕੁਛ ਨੋਨ ਫੰਜੀਬਲ ਟੋਕਨ। ਇਹ ਨੋਨ ਫੰਜੀਬਲ ਟੋਕਨ ਨਾ ਅਸੀਂ ਜੋ ਨੈਕਸਟ ਵੀਡੀਓ ਆਊਗੀ ਉਹਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ। ਉਹਦੇ ਵਿੱਚ ਵੀ ਜਿਹੜਾ ਹੈਗਾ ਉਸਨੂੰ ਵੀ ਇਹ ਥੋੜ੍ਹਾ ਸਿਕਿਉਰ ਰੱਖਦੀ ਹੈ, ਠੀਕ ਹੈ, ਅਤੇ ਇੰਪਾਵਰਿੰਗ ਕਰਦੀ ਆਰਟਿਸਟ ਨੂੰ, ਵੇਰੀਅਸ ਆਰਟਿਸਟ ਨੂੰ, ਕਿ ਕਿੱਦਾਂ ਉਹ ਆਪਣੀ ਜੋ ਚੀਜ਼ ਬਣਾਈ ਗਈ ਆ ਉਹਦੀ ਓਨਰਸ਼ਿਪ, ਜਿਹੜੇ ਰਾਈਟਸ ਹੁੰਦੇ ਨੇ ਉਹਨਾਂ ਨੂੰ ਪ੍ਰੋਟੈਕਟ ਰੱਖ ਸਕਣ, ਠੀਕ ਹੈ। ਸੋ ਉਸ ਤੋਂ ਬਾਅਦ ਬਲੋਕਚੇਨ ਬਿੱਲ ਆਫ ਰਾਈਟਸ ਆ ਗਿਆ, ਠੀਕ ਹੈ। ਇਹ ਕੀ ਹੈ, ਦੇਖੋ ਇੱਕ ਬਿੱਲ ਆਫ ਰਾਈਟ ਅਨਾਊਂਸ ਕੀਤਾ ਗਿਆ ਸੀਗਾ ਬਾਏ ਦਾ ਵਰਲਡ ਇਕਨੋਮਿਕ ਫੋਰਮ। ਇਸ ਦਾ ਏਮ ਇਹ ਸੀ ਕਿ ਕੁਛ ਐਸੀ ਪ੍ਰਿੰਸੀਪਲਸ ਐਸਟੈਬਲਿਸ਼ ਕਰਨੇ ਨੇ ਕਿਹਨਾਂ ਲਈ, ਡਿਵੈਲਪਰਸ, ਕਾਰਪੋਰੇਟ ਐਂਡ ਗਵਰਨਮੈਂਟ ਬਿਲਡਿੰਗ ਬਲੋਕਚੇਨ ਐਪਲੀਕੇਸ਼ਨਸ। ਮਤਲਬ ਵੇਰੀਅਸ ਗਵਰਨਮੈਂਟਸ ਜੋ ਕਿ ਬਲੋਕਚੇਨ ਟੈਕਨੋਲੋਜੀ ਦਾ ਯੂਜ਼ ਕਰ ਰਹੀਆਂ ਨੇ, ਜਾਂ ਡਿਵੈਲਪਰਸ ਯੂਜ਼ ਕਰ ਰਹੇ ਹੈ, ਜਾਂ ਕੋਈ ਵੀ ਬੰਦਾ ਜੋ ਹੈ ਯੂਜ਼ ਕਰ ਰਿਹਾ, ਠੀਕ ਹੈ। ਤਾਂ ਕੋਈ ਵੀ ਬੰਦਾ ਜਿਹੜਾ ਹੈਗਾ, ਸੌਰੀ ਐਕਚੁਅਲੀ ਮੈਨੂੰ ਕੋਈ ਸ਼ੋਰ ਆਇਆ ਸੀ ਬਾਹਰ ਤੋਂ, ਸੌਰੀ। ਅਤੇ ਇਹਨਾਂ ਲਈ ਕੁਛ ਪ੍ਰਿੰਸੀਪਲਸ ਹੋਣੇ ਚਾਹੀਦੇ ਨੇ, ਠੀਕ ਹੈ, ਕਿ ਜੋ ਕਿ ਗਾਈਡ ਕਰਨ ਡਿਵੈਲਪਰਸ ਨੂੰ, ਕਾਰਪੋਰੇਟਸ ਨੂੰ, ਗਵਰਨਮੈਂਟ ਨੂੰ, ਕਿ ਕਿੱਦਾਂ ਜੋ ਹੈ ਸਿਸਟਮ ਇੱਕ ਚੱਲਣਾ ਚਾਹੀਦਾ ਹੈ। ਵਰਲਡ ਇਕਨੋਮਿਕ ਫੋਰਮ ਜਿਹੜੀ ਹੈਗੀ ਹੈ ਇੱਕ ਨੋਨ ਗਵਰਨਮੈਂਟ ਔਰਗਨਾਈਜੇਸ਼ਨ ਹੈ। ਇਸਨੇ ਟੋਟਲ 16 ਪ੍ਰਿੰਸੀਪਲਸ ਦਏ ਸੀ, ਜਿਨ੍ਹਾਂ ਨੂੰ 4 ਕੈਟੇਗਰੀਜ਼ ਦੇ ਵਿੱਚ ਡਿਵਾਈਡ ਕਰਤਾ ਸੀ। ਦ ਫਸਟ ਵਨ ਵਾਜ਼ ਟਰਾਂਸਪੇਰੈਂਸੀ ਐਂਡ ਅਸੈਸਿਬਿਲਿਟੀ। ਟਰਾਂਸਪੇਰੈਂਸੀ ਐਂਡ ਅਸੈਸਿਬਿਲਿਟੀ ਮਤਲਬ ਕਿ ਸਭ ਦੇ ਕੋਲ ਰਾਈਟ ਹੋਵੇ ਇਨਫੋਰਮੇਸ਼ਨ ਦਾ ਅਬਾਊਟ ਦ ਸਿਸਟਮ, ਕਿ ਸਿਸਟਮ ਦੀ ਕੀ ਲਾਈਕ ਸਟੋਰ ਹੈ ਇਹਦੇ ਵਿੱਚ, ਲਾਈਕ ਜੋ ਵੀ ਚੀਜ਼ਾਂ ਹੋ ਰਹੀਆਂ ਨੇ, ਠੀਕ ਹੈ, ਸਭ ਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਹੋਵੇ, ਅਸੈਸੀਬਲ ਹੋਵੇ ਸਭ ਲਈ, ਠੀਕ ਹੈ। ਜਿਵੇਂ ਕਿ ਅਸੀਂ ਦੇਖਿਆ ਕਿ ਬਲੋਕਚੇਨ ਟੈਕਨੋਲੋਜੀ ਜਿਹੜੀ ਹੈਗੀ ਹੈ ਉਹ ਇੱਕ ਐਕਸਪੈਂਸਿਵ ਹੈ, ਹਰ ਕੋਈ ਐਕਸੈਸ ਨਹੀਂ ਕਰ ਸਕਦਾ, ਸੋ ਐਕਸੈਸੀਬਿਲਿਟੀ ਹੋਵੇ। ਸੈਕਿੰਡ ਵਨ ਇਜ਼ ਅਕਾਊਂਟੇਬਿਲਿਟੀ ਐਂਡ ਗਵਰਨੈਂਸ। ਇਸ ਦਾ ਮਤਲਬ ਕੀ ਹੈ ਕਿ ਇਹਦੇ ਵਿੱਚ ਅਗਰ ਕੋਈ ਕਿਸੇ ਨਾਲ ਕੋਈ ਲਾਈਕ ਫਰੋਡ ਵਗੈਰਾ ਅਗਰ ਬਾਈ ਚਾਂਸ ਹੋ ਜਾਂਦਾ ਹੈ, ਜਾਂ ਕੋਈ ਵੀ ਐਸੀ ਸਿਚੁਏਸ਼ਨ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ, ਤਾਂ ਉਹਦੇ ਲਈ ਪ੍ਰੋਪਰ ਕਿਸੇ ਦੀ ਅਕਾਊਂਟੇਬਿਲਿਟੀ ਵੀ ਹੋਣੀ ਚਾਹੀਦੀ ਹੈ, ਠੀਕ ਹੈ। ਦੈਨ ਦ ਥਰਡ ਵਨ ਇਜ਼ ਪ੍ਰਾਈਵੇਸੀ ਐਂਡ ਸਿਕਿਉਰਿਟੀ। ਹਾਂਜੀ, ਅਤੇ ਥਰਡ ਵਨ ਇਜ਼ ਪ੍ਰਾਈਵੇਸੀ ਐਂਡ ਸਿਕਿਉਰਿਟੀ। ਹੁਣ ਇਹਦੇ ਵਿੱਚ ਕੀ ਹੈ ਕਿ ਹਰ ਕਿਸੇ ਦੀ ਮਤਲਬ ਬੰਦੇ ਕੋਲ ਰਾਈਟ ਹੋਣਾ ਚਾਹੀਦਾ ਕਿ ਉਸਦਾ ਡਾਟਾ ਪ੍ਰੋਟੈਕਟ ਰਹੇ, ਠੀਕ ਹੈ, ਸਿਕਿਉਰ ਰਹੇ, ਠੀਕ ਹੈ। Then the last one is agency and interoperability। interoperability and agency ਦਾ ਉਰੇ ਮਤਲਬ ਹੈ ਕਿ ਰਾਈਟ ਹੋਣਾ ਚਾਹੀਦਾ ਪਾਰਟੀਸਪੈਂਟਸ ਕੋਲ ਕਿ ਉਹ ਆਪਣਾ ਜੋ ਡਾਟਾ ਹੈ ਉਸਨੂੰ ਓਨ ਕਰ ਸਕਣ, ਮੈਨੇਜ ਕਰ ਸਕਣ, ਠੀਕ ਹੈ। ਸੋ ਟੂਗੈਦਰ ਇਹ ਸਾਰੇ ਜੋ 16 ਪ੍ਰੈਸੈਡੀਓ ਪ੍ਰਿੰਸੀਪਲਸ ਹੈ, ਇਹਨਾਂ ਦਾ ਇੱਕ ਹੀ ਬੇਸਿਕ ਗੋਲ ਹੈ ਕਿ ਕਿਸੇ ਵੀ ਤਰ੍ਹਾਂ ਜੋ ਯੂਜ਼ਰਸ ਦੇ ਰਾਈਟ ਹੈ ਉਹਨਾਂ ਨੂੰ ਪ੍ਰੀਜ਼ਰਵ ਕਰਿਆ ਜਾ ਸਕੇ, ਪ੍ਰੋਟੈਕਟ ਕੀਤਾ ਜਾ ਸਕੇ ਇਨ ਅ ਡੀਸੈਂਟਰਲਾਈਜ਼ਡ ਫਿਊਚਰ, ਠੀਕ ਹੈ। ਸੋ ਇਹ ਸੀਗਾ ਬਲੋਕਚੇਨ ਟੈਕਨੋਲੋਜੀ ਬਾਰੇ, ਠੀਕ ਹੈ। ਅਗਰ ਹੁਣ ਦੇਖੋ ਇਸ ਤੋਂ ਬਾਅਦ ਜੋ ਸਾਡੀ ਨੈਕਸਟ ਸਲਾਈਡ ਹੈ ਦੈਟ ਇਜ਼ ਇੱਕ ਸੈਕਿੰਡ, ਦੈਟ ਇਜ਼ ਕ੍ਰਿਪਟੋ ਕਰੰਸੀ, ਠੀਕ ਹੈ। ਕ੍ਰਿਪਟੋ ਕਰੰਸੀ ਬਾਰੇ ਅਸੀਂ ਦੇਖਾਂਗੇ ਕਿਉਂਕਿ ਇਹ ਜਿਹੜਾ ਹੈਗਾ ਬਲੋਕਚੇਨ ਟੈਕਨੋਲੋਜੀ ਦੇ ਬੇਸ 'ਤੇ ਹੀ ਜੋ ਡਿਵੈਲਪ ਕੀਤਾ ਗਿਆ ਸੀ। ਦੈਨ ਇਹ ਸਾਡਾ ਟੋਪਿਕ ਫਿਰ ਕੰਪਲੀਟ ਹੋ ਜਾਊਗਾ, ਠੀਕ ਹੈ। ਅਤੇ ਇਹੀ ਜੋ ਬਲੋਕਚੇਨ ਟੈਕਨੋਲੋਜੀ ਦਾ ਅੱਜ ਮੈਂ ਟੋਪਿਕ ਡਿਸਕਸ ਕਰਿਆ, ਦੇਖੋ ਉਹਨੇ ਪੰਜਾਬੀ 'ਚ ਕੀਤਾ ਹੈ, ਠੀਕ ਹੈ। ਅੱਜ ਹੀ ਮੈਂ ਇਹ ਜਿਹੜੀ ਵੀਡੀਓ ਹੈ ਉਹ ਪੰਜਾਬੀ 'ਚ ਦਿੱਤੀ ਹੈ, ਇਸ ਤੋਂ ਪਹਿਲਾਂ ਦੀ ਮੇਰੀ ਸਾਰੀ ਵੀਡੀਓਜ਼ ਹਿੰਦੀ ਦੇ ਵਿੱਚ ਸੀਗੀਆਂ। ਦੇਖੋ ਡਿਪੈਂਡ ਕਰਦਾ ਹੈ ਕਿ ਸਟੂਡੈਂਟਸ ਜੋ ਮੇਰੀ ਵੀਡੀਓ ਵੇਖ ਰਹੇ ਨੇ, ਦੇਖੋ ਜੋ ਤਾਂ ਪੰਜਾਬੀ ਹੈ ਉਹਨਾਂ ਨੂੰ ਪੰਜਾਬੀ ਸਮਝ ਆ ਜਾਊਗੀ, ਠੀਕ ਹੈ, ਔਰ ਉਹਨਾਂ ਨੂੰ ਓਬਵੀਅਸ ਹੈ ਹਿੰਦੀ ਵੀ ਸਮਝ ਆ ਜਾਊਗੀ ਕਿ ਪੰਜਾਬੀ ਜਿਹੜੇ ਹੁੰਦੇ ਆ ਹਿੰਦੀ ਸਮਝ ਲੈਂਦੇ ਆ, ਠੀਕ ਹੈ। ਬਟ ਅਗਰ ਕੋਈ ਹਿੰਦੀ ਮੀਡੀਅਮ ਸਟੂਡੈਂਟ ਹੈਗੇ ਹੈ ਜੋ ਮੇਰੀ ਵੀਡੀਓਜ਼ ਵੇਖਦਾ ਹੈ, ਠੀਕ ਹੈ, ਅਗਰ ਉਹਨੂੰ ਲੱਗਦਾ ਹੈ ਕਿ ਉਹ ਲਾਈਕ ਉਹਨੂੰ ਨਹੀਂ ਸਮਝ ਆ ਰਿਹਾ ਜਾਂ ਐਵੇਂ ਕੁਛ ਵੀ, ਉਹ ਚਾਹੁੰਦੇ ਆ ਕਿ ਮੈਂ ਵੀਡੀਓ ਜਿਹੜੀ ਹੈਗੀ ਆ ਉਹ ਹਿੰਦੀ 'ਚ ਵੀ ਪ੍ਰੋਵਾਈਡ ਕਰਾਂ, ਦੈਨ ਯੂ ਆਰ ਮੋਸਟ ਵੈਲਕਮ। ਮੈਂ ਉਹ ਕਰਨ ਲਈ ਵੀ ਤਿਆਰ ਹਾਂ, ਠੀਕ ਹੈ। ਬਿਕੋਜ਼ ਓਬਵੀਅਸ ਹੈ ਮੇਰੇ ਚੈਨਲ ਖੋਲ੍ਹਣ ਦਾ ਪਰਪਸ ਇਹੀ ਹੈ ਕਿ ਮੈਂ ਹਰ ਇੱਕ ਬੱਚੇ ਨੂੰ ਉਹ ਨੌਲੇਜ ਪ੍ਰੋਵਾਈਡ ਕਰ ਸਕਾਂ, ਜਿੰਨੀ ਵੀ ਮੈਂ ਨੌਲੇਜ ਗੇਨ ਕਰੀ ਹੈ, ਠੀਕ ਹੈ। ਆਮ ਨੋਟ ਦੈਟ ਮਚ ਐਕਸਪਰਟ, ਠੀਕ ਹੈ, ਬਟ ਸਟਿਲ ਮੈਂ ਜਿੰਨੀ ਕੁ ਨੌਲੇਜ ਗੇਨ ਕਰੀ ਹੈ ਮੈਂ
ਹੀ ਚਾਹੁੰਦੀ ਹਾਂ ਕਿ ਮੈਂ ਸਭ ਨਾਲ ਸ਼ੇਅਰ ਕਰਾਂ। ਸੋ ਅਗਰ ਕਿਸੇ ਨੂੰ ਵੀ ਲੱਗਦਾ ਹੈ ਕਿ ਹਾਂ ਹਿੰਦੀ 'ਚ ਵੀ ਲੈਕਚਰਸ ਜਿਹੜੇ ਹੈਗੇ ਆ ਉਹ ਮੈਂ ਬਣਾਵਾਂ, ਦੈਨ ਮੈਂ ਉਸ ਲਈ ਵੀ ਜੋ ਹੈਗੀਆਂ ਉਹ ਤਿਆਰ ਹਾਂ। ਅਤੇ ਦੂਜੀ ਗੱਲ, ਜਿਹੜੇ ਇਹ ਅਗਰ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ, ਕੋਈ ਵੀ ਟੋਪਿਕ ਤੁਹਾਨੂੰ ਨਹੀਂ ਸਮਝ ਆਉਂਦਾ, ਦੈਨ ਯੂ ਕੈਨ ਰਾਈਟ ਡਾਊਨ ਇਨ ਦਾ ਕਮੈਂਟ ਸੈਕਸ਼ਨ ਬਿਲੋ, ਠੀਕ ਹੈ। ਅਤੇ ਉਸ ਤੋਂ ਇਲਾਵਾ ਬਸ ਤੁਸੀਂ ਕੀ ਕਰਨਾ, ਜਸਟ ਆਪਣੀ ਸਟੱਡੀ 'ਤੇ ਫੋਕਸ ਕਰਨਾ ਹੈ, ਦੈਟਸ ਇਟ। ਇਕੋਨਮੀ ਮੈਂ ਪੂਰੀ ਕਰਵਾ ਦੇਣੀ ਹੈ, ਮਾਡਰਨ ਹਿਸਟਰੀ ਚੱਲ ਰਹੀ ਹੈ, ਦੈਨ ਉਸ ਤੋਂ ਬਾਅਦ ਅਸੀਂ ਮਿਡੀਵਲ ਵੀ ਸਟਾਰਟ ਕਰ ਦੇਣੀ ਹੈ, ਏਂਸ਼ੀਅਨ ਵੀ ਸਟਾਰਟ ਕਰ ਦੇਣੀ ਹੈ, ਪੋਲੀਟੀ ਵੀ ਮੈਂ ਕਰਵਾਵਾਂਗੀ, ਦੈਨ ਮੈਂ ਜੋਗ੍ਰਾਫੀ ਵੀ ਕਰਵਾਵਾਂਗੀ, ਠੀਕ ਹੈ। ਅਤੇ ਉਸ ਤੋਂ ਬਾਅਦ ਐਥਿਕਸ, ਹਾਂਜੀ ਐਥਿਕਸ ਅਤੇ ਡਿਜ਼ਾਸਟਰ ਐਂਡ ਮੈਨੇਜਮੈਂਟ। ਇਨਵਾਇਰਮੈਂਟ ਜੋ ਹੈ ਦੇਖੋ, ਮੈਂ ਉਹਦੇ ਰਿਗਾਰਡਿੰਗ ਇੰਨਾ ਸ਼ੋਰ ਨਹੀਂ ਆ ਮੈਂ ਕਰਵਾਵਾਂ ਨਾ ਕਰਵਾਵਾਂ, ਬਿਕੋਜ਼ ਮੈਨੂੰ ਇਕੱਲੇ ਨੂੰ ਹੀ ਸਾਰੇ PPTs ਬਣਾਉਣੇ ਪੈਂਦੇ ਨੇ, ਰਿਕਾਰਡ ਕਰਨੇ ਪੈਂਦੇ ਨੇ, ਠੀਕ ਹੈ। ਸੋ ਚੀਜ਼ਾਂ ਟਾਈਮ ਲੈਂਦੀਆਂ ਨੇ। ਹਾਂ, ਇਨ ਫਿਊਚਰ ਦੇ ਵਿੱਚ ਅਗਰ ਮੈਨੂੰ ਟਾਈਮ ਲੱਗਿਆ ਤਾਂ ਮੈਂ ਇਨਵਾਇਰਮੈਂਟ, ਅਗਰ ਤੁਸੀਂ ਜਿਸ ਚੀਜ਼ 'ਤੇ ਵੀ ਕਹੋਗੇ, ਜਿਸ ਵੀ ਸਬਜੈਕਟ 'ਤੇ ਕਹੋਗੇ, ਠੀਕ ਹੈ, ਮੈਂ ਉਸ 'ਤੇ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੀ, ਠੀਕ ਹੈ। ਬਸ ਤੁਸੀਂ ਆਪਣੀ ਸਟੱਡੀਜ਼ ਕੈਰੀ ਔਨ ਰੱਖਣੀ ਹੈ, ਅਤੇ ਅਗਰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਮੈਸੇਜ ਕਰ ਸਕਦੇ ਹੋ, ਠੀਕ ਹੈ। ਦੈਨ ਮੈਂ ਆਪਣਾ ਤੁਹਾਨੂੰ ਇੰਸਟਾਗ੍ਰਾਮ ਲਿੰਕ ਵੀ ਦੇ ਦੇਵਾਂਗੀ, ਤੁਸੀਂ ਉੱਥੇ ਵੀ ਮੈਨੂੰ ਅਗਰ ਫੋਲੋ ਕਰਨਾ ਚਾਹੁੰਦੇ ਹੋ ਦੈਨ ਯੂ ਕੈਨ ਫੋਲੋ ਮੀ, ਠੀਕ ਹੈ। ਸੋ ਦੈਟਸ ਆਲ ਅਬਾਊਟ ਟੂਡੇ। ਗੁੱਡ ਬਾਏ, ਟੇਕ ਕੇਅਰ, ਹੈਵ ਅ ਨਾਈਸ ਡੇ।